Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਜੋ ਆਪਣਾ ਅੱਜ ਦਾ ਲੈਕਚਰ ਹੈ ਉਹ ਵੀ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੇ ਨਾਲ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਆਪਾਂ ਆਪਣੇ ਪਿਛਲੇ ਕੁਝ ਲੈਕਚਰਸ ਦੇ ਵਿੱਚ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਬਾਰੇ ਗੱਲ ਕਰ ਰਹੇ ਹਾਂ, ਜਿੰਦੇ ਚ ਆਪਾਂ ਇਹ ਦੇਖਿਆ ਵੀ ਇਹ ਜਿਹੜਾ ਚੱਕਰੀ ਪ੍ਰਵਾਹ ਹੈ ਇਹ ਦੋ ਖੇਤਰਾਂ ਦੇ ਵਿੱਚ ਹੋ ਸਕਦਾ ਹੈ, ਜੋ ਕਿ ਪਰਿਵਾਰ ਖੇਤਰ ਤੇ ਉਤਪਾਦਕ ਖੇਤਰ ਨੇ। ਫਿਰ ਆਪਾਂ ਵਿੱਤੀ ਖੇਤਰ ਲੈ ਕੇ ਆਂਦਾ, ਫਿਰ ਆਪਾਂ ਸਰਕਾਰ ਖੇਤਰ ਲੈ ਕੇ ਆਂਦਾ, ਫਿਰ ਆਪਾਂ ਹੋਰ ਸੰਸਾਰ ਖੇਤਰ ਜਿਹੜਾ ਉਹ ਲੈ ਕੇ ਆਂਦਾ, ਤੇ ਉਹਦੇ ਨਾਲ ਆਪਾਂ ਇਹ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੈ ਇਹਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਹੁਣ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਵੀ ਜੋ ਵੀ ਇਹ ਆਮਦਨ ਤੇ ਉਤਪਾਦਨ ਦਾ ਚੱਕਰ ਚੱਲਦਾ ਹੈ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਇਹ ਚੱਕਰ ਇੱਕੋ ਜਿੱਡਾ ਨਹੀਂ ਰਹਿੰਦਾ। ਇਹ ਨਹੀਂ ਹੈਗਾ ਵੀ ਜੋ ਚੱਕਰ ਇੱਕ ਵਾਰੀ ਚੱਲ ਪਿਆ ਇਹ ਚੱਕਰ ਉਨਾ ਹੀ ਚੱਲਦਾ ਰਹੇਗਾ। ਇਹ ਚੱਕਰ ਪਹਿਲਾਂ ਨਾਲੋਂ ਛੋਟਾ ਵੀ ਹੋ ਸਕਦਾ ਹੈ ਤੇ ਪਹਿਲਾਂ ਨਾਲੋਂ ਵੱਡਾ ਵੀ ਹੋ ਸਕਦਾ ਹੈ। ਤਾਂ ਬਹੁਤ ਸਾਰੇ ਅਜਿਹੇ ਤੱਤ ਨੇ ਜੋ ਕੀ ਕਰ ਸਕਦੇ ਹੈ, ਇਸ ਚੱਕਰ ਨੂੰ ਪਹਿਲਾਂ ਨਾਲੋਂ ਛੋਟਾ ਵੀ ਕਰ ਸਕਦੇ ਹੈ ਤੇ ਪਹਿਲਾਂ ਨਾਲੋਂ ਵੱਡਾ ਵੀ ਕਰ ਸਕਦੇ ਹੈ। ਅੱਜ ਆਪਾਂ ਉਹਨਾਂ ਸਾਰੇ ਤੱਤਾਂ ਦੀ ਗੱਲ ਜਿਹੜੀ ਹੈ ਉਹ ਕਰਾਂਗੇ। ਤਾਂ ਇਸ ਤਰ੍ਹਾਂ ਦੇ ਦੋ ਤੱਤ ਜਿਹੜੇ ਨੇ ਉਹ ਹੁੰਦੇ ਨੇ, ਜਿਹਦੇ ਜੋ ਪਹਿਲਾ ਜਿਹੜਾ ਤੱਤ ਹੈ ਉਹਨੂੰ ਆਪਾਂ ਕਹਿੰਦੇ ਆ ਸਮਾਵੇਸ਼। ਜਿਹੜੇ ਸਮਾਵੇਸ਼ ਨੇ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਇੰਜੈਕਸ਼ਨਸ। ਠੀਕ ਹੈ, ਇੰਜੈਕਸ਼ਨਸ ਦਾ ਮਤਲਬ ਕੀ ਹੋਇਆ? ਉਹ ਕਹਿੰਦਾ ਜੀ ਇੰਜੈਕਟ ਕਰਨਾ। ਇੰਜੈਕਟ ਕਰਨਾ ਕੀ ਹੁੰਦਾ ਹੈ ਵੀ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਆ, ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਡਾਕਟਰ ਕੀ ਕਰਦਾ ਹੈ, ਆਪਾਂ ਨੂੰ ਇੰਜੈਕਸ਼ਨ ਲਗਾਉਂਦਾ ਹੈ। ਤਾਂ ਇਹ ਉਹੀ ਇੰਜੈਕਸ਼ਨ ਹੈ। ਜਦੋਂ ਇੰਜੈਕਸ਼ਨ ਲੱਗਦਾ ਹੈ ਤਾਂ ਕੀ ਹੁੰਦਾ ਹੈ ਵੀ ਕੋਈ ਨਾ ਕੋਈ ਜਿਹੜੀ ਦਵਾਈ ਹੈ ਉਹ ਆਪਣੇ ਸਰੀਰ ਦੇ ਅੰਦਰ ਜਿਹੜਾ ਹੈ ਉਹ ਭਰੀ ਜਾਂਦੀ ਹੈ। ਤਾਂ ਤੁਸੀਂ ਇਹ ਸਮਝੋ ਵੀ ਜੋ ਆਪਣਾ ਸਰੀਰ ਹੈ ਉਹ ਅਰਥ ਵਿਵਸਥਾ ਹੈ, ਤੇ ਆਪਣੇ ਸਰੀਰ ਦੇ ਅੰਦਰ ਜਿੰਨੀਆਂ ਵੀ ਨਸਾਂ ਨੇ ਜਾਂ ਨਾੜਾਂ ਨੇ ਉਹ ਕੀ ਨੇ, ਉਹ ਅਰਥ ਵਿਵਸਥਾ ਦੇ ਖੇਤਰ ਨੇ। ਤਾਂ ਡਾਕਟਰ ਨੇ ਕੀ ਕੀਤਾ, ਆਦੀ ਤਰਫ ਤੋਂ ਇੱਕ ਦਵਾਈ ਜਿਹੜੀ ਹੈ ਉਹ ਅੰਦਰ ਭਰ ਦਿੱਤੀ। ਜੇ ਭਰ ਦੇਗਾ ਤਾਂ ਕੀ ਹੋਏਗਾ, ਜੋ ਆਪਣੇ ਸਰੀਰ ਦੇ ਅੰਦਰ ਲਿਕੁਇਡ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗਾ। ਠੀਕ ਹੈ, ਤਾਂ ਇੰਜੈਕਸ਼ਨ ਕੀ ਹੋਣਗੇ ਇਹ ਦੇਖੋ, ਭਾਵੇਂ ਤਾਂ ਸਮਾਵੇਸ਼ ਨੇ, ਜਿਹੜੇ ਮੈਂ ਦੂਜੇ ਕਰਾਉਂਗਾ ਉਹਨੂੰ ਮੈਂ ਨਾਮ ਦਿਆਂਗਾ ਰਿਸਾਵ ਦਾ ਜਾਂ ਲੀਕੇजेस ਦਾ ਜਾਂ ਵਾਪਸੀ ਦਾ। ਇਹ ਭਾਵੇਂ ਸਮਾਵੇਸ਼ ਨੇ ਤੇ ਭਾਵੇਂ ਜਿਹੜੇ ਲੀਕੇजेस ਨੇ, ਇਹ ਜੋ ਮਰਜ਼ੀ ਹੈ, ਇੱਕ ਗੱਲ ਇਹਨਾਂ ਦੇ ਵਿੱਚ ਸਾਂਝੀ ਹੋਏਗੀ, ਉਹ ਇਹ ਹੋਏਗੀ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਪ੍ਰਵਾਹ ਚਰ ਹੋਣਗੇ। ਕਿਉਂ ਹੋਣਗੇ? ਕਿਉਂਕਿ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੈ ਉਹਦੇ ਵਿੱਚ ਆਪਾਂ ਸਿਰਫ ਤੇ ਸਿਰਫ ਜਿਹੜੇ ਪ੍ਰਵਾਹ ਚਰ ਨੇ ਉਹ ਲੈ ਕੇ ਚੱਲਨੇ ਨੇ। ਆਪਾਂ ਕਿਸੇ ਵੀ ਤਰ੍ਹਾਂ ਦੇ ਸਟਾਕ ਚਰ ਜਿਹੜੇ ਨੇ ਉਹ ਨਹੀਂ ਲੈ ਕੇ ਚੱਲਨੇ। ਮੈਂ ਕਹਿੰਦਾ ਵੀ ਜਿਹੜੇ ਸਮਾਵੇਸ਼ ਨੇ ਇਹਨਾਂ ਕਰਕੇ ਕੀ ਹੁੰਦਾ ਹੈ, ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਇਹ ਪਹਿਲਾਂ ਨਾਲੋਂ ਵੱਡਾ ਹੋ ਜਾਂਦਾ ਹੈ। ਤਾਂ ਜੇ ਵੱਡਾ ਹੋਏਗਾ ਇਹਦਾ ਮਤਲਬ ਕੀ ਹੈ ਵੀ ਇਹ ਉਹ ਚਰ ਨੇ, ਉਹ ਤੱਤ ਨੇ ਜਿਹੜੇ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਵੱਡਾ ਕਰਨਗੇ, ਮਤਲਬ ਉਹਦੇ ਵਿੱਚ ਸ਼ਾਮਿਲ ਹੋਣਗੇ। ਹੁਣ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੇ ਵਿੱਚ ਕਿਹੜੇ ਤੱਤ ਸ਼ਾਮਿਲ ਹੋ ਸਕਦੇ ਨੇ? ਹੁਣ ਸਟਾਕ ਚਰ ਤਾਂ ਸ਼ਾਮਿਲ ਹੋ ਨਹੀਂ ਸਕਦੇ, ਤਾਂ ਕਿਹੜੇ ਤੱਤ ਸ਼ਾਮਿਲ ਹੋਣਗੇ? ਸਿਰਫ ਤੇ ਸਿਰਫ ਜਿਹੜੇ ਨੇ ਪ੍ਰਵਾਹ ਚਰ ਹੀ ਜਿਹੜੇ ਨੇ ਉਹ ਸ਼ਾਮਿਲ ਹੋਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਕਿ ਸਮਾਵੇਸ਼ ਕੀ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਕਿ ਸਮਾਵੇਸ਼ ਤੋਂ ਭਾਵ ਕੀ ਹੈ? ਉਹਨਾਂ ਸਾਰੇ ਪ੍ਰਵਾਹ ਚਰਾਂ ਤੋਂ ਹੈ, ਕਿਉਂਕਿ ਹੋਣਗੇ ਪ੍ਰਵਾਹ ਚਰ ਹੀ। ਉਹਨਾਂ ਸਾਰੇ ਪ੍ਰਵਾਹ ਚਰਾਂ ਤੋਂ ਹੈ ਜੋ ਕੀ ਕਰਦੇ ਹੈ, ਜੋ ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਪਹਿਲਾਂ ਨਾਲੋਂ ਕੀ ਕਰ ਦਿੰਦੇ ਐ, ਵੱਡਾ ਕਰ ਦਿੰਦੇ ਐ। ਤਾਂ ਪਹਿਲਾਂ ਨਾਲੋਂ ਵੱਡਾ ਕਰ ਦਿੰਦੇ ਹਨ। ਹੁਣ ਇਹਦੇ ਚ ਦੋ ਮੇਨ ਗੱਲਾਂ ਆਈਆਂ। ਉਹ ਕਹਿੰਦਾ ਵੀ ਇਹ ਉਹ ਪ੍ਰਵਾਹ ਚਰ ਨੇ
ਜੋ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਪਹਿਲਾਂ ਨਾਲੋਂ ਵੱਡਾ ਕਰਨਗੇ। ਇਹਦਾ ਮਤਲਬ ਪਹਿਲਾਂ ਇੱਕ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਚੱਲ ਰਿਹਾ ਹੋਏਗਾ, ਫਿਰ ਕੀ ਹੋਏਗਾ, ਜਿਹੜੇ ਇਹ ਪ੍ਰਵਾਹ ਚਰਨੇ ਉਹਦੇ ਚ ਸ਼ਾਮਿਲ ਹੋ ਜਾਣਗੇ ਤੇ ਉਹਨੂੰ ਪਹਿਲਾਂ ਨਾਲੋਂ ਵੱਡਾ ਕਰ ਦੇਣਗੇ। ਇਹਦਾ ਮਤਲਬ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਪਹਿਲਾਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਕਿਹੜਾ ਸੀ, ਜਿਹਨੂੰ ਬਾਅਦ ਚ ਕੀ ਕੀਤਾ ਗਿਆ, ਵੱਡਾ ਕੀਤਾ ਗਿਆ। ਕਿੰਨਾ ਦੁਆਰਾ, ਸਮਾਵੇਸ਼ ਤੱਤਾਂ ਦੁਆਰਾ। ਤਾਂ ਆਪਾਂ ਮੰਨ ਲੈਂਦੇ ਹਾਂ ਕਿ ਆਪਣੇ ਕੋਲ ਕੀ ਨੇ, ਇੱਕ ਦੋ ਖੇਤਰੀ ਅਰਥ ਵਿਵਸਥਾ ਮਾਡਲ ਹੈ। ਵੈਸੇ ਆਪਾਂ ਚਾਰ ਖੇਤਰੀ ਵੀ ਲੈ ਸਕਦੇ ਹਾਂ, ਠੀਕ ਹੈ, ਪਰ ਆਪਾਂ ਸੁਖਾਈ ਵਾਸਤੇ ਦੋ ਖੇਤਰ ਲੈ ਲੈਂਦੇ ਹਾਂ। ਇੱਕ ਆਪਣੇ ਕੋਲ ਪਰਿਵਾਰ ਖੇਤਰ ਹੈ ਤੇ ਇੱਕ ਜਿਹੜਾ ਹੈ ਉਹ ਆਪਣੇ ਕੋਲ ਉਤਪਾਦਕ ਖੇਤਰ ਹੈ। ਤਾਂ ਆਪਣੇ ਕੋਲ ਦੋ ਖੇਤਰ ਨੇ, ਠੀਕ ਹੈ। ਮੈਂ ਸਿਰਫ ਮੌਦਰਿਕ ਪ੍ਰਵਾਹ ਬਣਾਵਾਂਗਾ, ਕਿਸੇ ਤਰ੍ਹਾਂ ਦੇ ਵਾਸਤਵਿਕ ਪ੍ਰਵਾਹ ਨਹੀਂ ਬਣਾਉਣ ਲੱਗਿਆ, ਤਾਂ ਕਿ ਇਹਨੂੰ ਆਪਾਂ ਆਸਾਨੀ ਨਾਲ ਸਮਝ ਸਕੀਏ। ਸਭ ਤੋਂ ਪਹਿਲਾਂ ਕੀ ਹੋਏਗਾ, ਜਿਹੜਾ ਪਰਿਵਾਰ ਖੇਤਰ ਹੈ ਉਹ ਉਤਪਾਦਕ ਖੇਤਰ ਨੂੰ ਆਪਣੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਉਹ ਦੇਗਾ, ਜੋ ਕਿ ਵਾਸਤਵਿਕ ਪ੍ਰਵਾਹ ਹੈ। ਯਾਨੀ ਕਿ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਉਤਪਾਦਕ ਖੇਤਰ ਨੂੰ ਕੀ ਦੇਣਾ ਹੈ, ਸਾਧਨ ਸੇਵਾਵਾਂ, ਭੂਮੀ, ਪੂੰਜੀ, ਮਜ਼ਦੂਰ ਤੇ ਉਦਮ ਜਿਹੜੇ ਨੇ ਇਹ ਕੀ ਕਰੇਗਾ, ਇਹਨਾਂ ਨੂੰ ਜਿਹੜਾ ਹੈ ਉਹ ਦੇ ਦੇਗਾ। ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਉਹ ਪਰਿਵਾਰ ਖੇਤਰ ਨੂੰ ਜਿਹੜਾ ਹੈ ਉਹ ਸਾਧਨ ਆਮਦਨ ਦੇਵੇਗਾ। ਤਾਂ ਕਿਉਂਕਿ ਆਮਦਨ ਉਤਪਾਦਕ ਖੇਤਰ ਤੋਂ ਪਰਿਵਾਰ ਖੇਤਰ ਵੱਲ ਆ ਰਹੀ ਹੈ, ਤਾਂ ਤੀਰ ਕਿੱਧਰ ਲੱਗੂਗਾ, ਪਰਿਵਾਰ ਖੇਤਰ ਵਾਲੇ ਪਾਸੇ ਲੱਗੂਗਾ। ਤਾਂ ਇਹਨੇ ਕੀ ਕੀਤਾ, ਸਾਧਨ ਆਮਦਨ ਜਿਹੜੀ ਹੈ ਉਹ ਉਤਪਾਦਕ ਖੇਤਰ ਨੂੰ ਦੇ ਦਿੱਤੀ। ਠੀਕ ਹੋ ਗਿਆ, ਉਤਪਾਦਕ ਖੇਤਰ ਨੇ ਸਾਧਨ ਆਮਦਨ ਪਰਿਵਾਰ ਖੇਤਰ ਨੂੰ ਦਿੱਤੀ। ਮੰਨ ਲਓ ਵੀ ਇਹ ਜਿਹੜੀ ਸਾਧਨ ਆਮਦਨ ਹੈ ਉਹ 100 ਰੁਪਏ ਸੀ, ਠੀਕ ਹੈ। ਇਹਦਾ ਮਤਲਬ ਇਹ ਹੋਏਗਾ ਵੀ ਜਿਹੜਾ ਉਤਪਾਦਨ ਉਤਪਾਦਕ ਖੇਤਰ ਨੇ ਕੀਤਾ, ਕਿੰਦੀ ਮਦਦ ਨਾਲ, ਪਰਿਵਾਰ ਖੇਤਰ ਦੀਆਂ ਸਾਧਨ ਸੇਵਾਵਾਂ ਦੀ ਮਦਦ ਨਾਲ, ਉਹ ਉਤਪਾਦਨ ਕਿੰਨੇ ਦਾ ਹੋਇਆ, 100 ਰੁਪਏ ਦਾ ਹੋਇਆ। ਉਹ ਉਤਪਾਦਨ ਨੂੰ ਬਾਜ਼ਾਰ 'ਚ ਵੇਚਿਆ, ਉਤਪਾਦਕ ਖੇਤਰ ਨੂੰ 100 ਰੁਪਏ ਮਿਲ ਗਏ। ਉਤਪਾਦਕ ਖੇਤਰ ਨੇ ਕੀ ਕੀਤਾ, ਉਹ 100 ਰੁਪਏ ਜਿਹੜੇ ਨੇ ਉਹ ਭੂਮੀ ਨੂੰ ਲਗਾਨ, ਮਜ਼ਦੂਰੀ ਨੂੰ, ਮਜ਼ਦੂਰ ਜਿਹੜਾ ਨੂੰ ਮਜ਼ਦੂਰੀ, ਪੂੰਜੀਪਤੀ ਨੂੰ ਵਿਆਜ, ਤੇ ਜੋ ਬਚਿਆ ਉਹ ਉਦਮ ਦਾ ਲਾਭ ਜਿਹੜਾ ਹੈ ਉਹ 100 ਰੁਪਏ ਇਹਨਾਂ ਨੇ ਵੰਡ ਲਏ। ਹੁਣ ਜੇ ਉਤਪਾਦਨ 100 ਰੁਪਏ ਦਾ ਹੋਇਆ, ਇਹਦਾ ਮਤਲਬ ਇਹ ਹੋਏਗਾ ਵੀ ਜਿਹੜਾ ਇਹ ਉਤਪਾਦਕ ਖੇਤਰ ਹੈ ਇਹਦੇ ਕੋਲ 100 ਰੁਪਏ ਹੋਣਗੇ, ਨਾਲ ਇਹਨੇ ਕੋਲ ਕੀ ਹੋਏਗਾ, 100 ਰੁਪਏ ਦੀਆਂ ਚੀਜ਼ਾਂ ਹੋਣਗੀਆਂ। ਜਿਹੜੇ ਤਾਂ 100 ਰੁਪਏ ਸੀ ਉਹ ਤਾਂ ਇਹਨੇ ਕੀ ਕੀਤਾ, ਪਰਿਵਾਰ ਖੇਤਰ ਨੂੰ ਦਿੱਤੇ। ਹੁਣ ਇਹਦੇ ਕੋਲ 100 ਰੁਪਏ ਦੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਪਰਿਵਾਰ ਖੇਤਰ ਜਿਹੜਾ ਉਹ ਵਰਤਣਾ ਚਾਹੁੰਦਾ ਹੈ, ਜਿਨ੍ਹਾਂ ਦਾ ਪਰਿਵਾਰ ਖੇਤਰ ਉਪਭੋਗ ਕਰਨਾ ਚਾਹੁੰਦਾ ਹੈ। ਤਾਂ ਉਤਪਾਦਕ ਖੇਤਰ ਕੀ ਕਰੇਗਾ, ਆਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਰਿਵਾਰ ਖੇਤਰ ਨੂੰ ਦੇ ਦੇਗਾ। ਹੁਣ ਕੀ ਹੋਇਆ, ਜਿਹੜੀਆਂ ਵਸਤੂਆਂ ਤੇ ਸੇਵਾਵਾਂ ਨੇ ਉਹ ਉਤਪਾਦਕ ਖੇਤਰ ਤੋਂ ਨਿਕਲ ਕੇ ਪਰਿਵਾਰ ਖੇਤਰ ਵੱਲ ਆ ਗਈਆਂ, ਜਿਹੜਾ ਕਿ ਵਾਸਤਵਿਕ ਪ੍ਰਵਾਹ ਹੈ। ਹੁਣ ਪਰਿਵਾਰ ਖੇਤਰ ਕੀ ਕਰੇਗਾ, ਉਹਨਾਂ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰੇਗਾ, ਮਤਲਬ ਉਹਨਾਂ ਦੀ ਵਰਤੋਂ ਕਰੇਗਾ। ਕਿੰਨੇ ਦੀਆਂ ਵਸਤੂਆਂ ਆਈਆਂ, 100 ਰੁਪਏ ਦੀਆਂ, ਕਿਉਂਕਿ ਉਤਪਾਦਨ ਕਿੰਨੇ ਦਾ ਹੋਇਆ ਸੀ, 100 ਰੁਪਏ ਦਾ। ਤਾਂ ਪਰਿਵਾਰ ਖੇਤਰ ਨੇ ਕੀ ਕੀਤਾ, ਉਹ ਉਪਭੋਗ ਦੇ ਬਦਲੇ ਵਿੱਚ ਜਿਹੜਾ ਉਤਪਾਦਕ ਖੇਤਰ ਹੈ ਉਹਨੂੰ 100 ਰੁਪਏ ਜਿਹੜੇ ਨੇ ਉਹ ਦੇਤੇ। ਤਾਂ ਇਹ ਹੋ ਗਿਆ ਉਪਭੋਗ ਖਰਚ, ਕਿੰਨੇ ਦਾ, 100 ਰੁਪਏ ਦਾ। ਤਾਂ ਆਪਾਂ ਮੰਨ ਲੈਂਦੇ ਆ ਵੀ ਸ਼ੁਰੂਆਤ ਦੇ ਵਿੱਚ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਚੱਲ ਰਿਹਾ ਸੀ ਉਹ ਚੱਲ ਰਿਹਾ ਸੀ 100 ਰੁਪਏ ਦਾ। ਠੀਕ ਹੋ ਗਿਆ। ਹੁਣ ਕੀ ਹੋਇਆ, ਹੁਣ ਇਹ ਖੇਤਰ ਹੋਰ ਲੈ ਆਇਆ। ਹੁਣ ਆਪਾਂ ਨੂੰ ਬਣਾਉਣਾ ਨਹੀਂ ਵਿੱਚ, ਆਪਾਂ ਸਿਰਫ ਉਹਨੂੰ ਦਿਮਾਗ ਦੇ ਵਿੱਚ ਰੱਖਣਾ ਹੈ ਵੀ ਇੱਕ ਖੇਤਰ ਹੋਰ ਆ ਗਿਆ। ਉਹ ਖੇਤਰ ਜਿਹੜਾ ਹੈ, ਸਪੋਜ਼ ਕਰੋ ਕਿ ਆਪਾਂ ਇੱਥੇ ਲਿਖਤਾ, ਉੱਪਰ ਆਪਾਂ ਐਗਜ਼ਾਮਪਲ ਲੈ ਲੈਂਦੇ ਆ। ਸਭ ਤੋਂ ਪਹਿਲਾਂ ਮੰਨ ਲਓ ਕੀ ਹੋਇਆ, ਸਰਕਾਰ ਆ। ਤਾਂ ਸਰਕਾਰ ਨੇ ਕੀ ਕੀਤਾ, ਆਦੀ ਤਰਫ ਤੋਂ ਕੀ ਕੀਤਾ, ਨਿਵੇਸ਼ ਕਰਤਾ। ਨਿਵੇਸ਼ ਕੀਤਾ ਮਤਲਬ ਕੀ ਹੋਇਆ, ਪੈਸਾ ਆਦੀ ਤਰਫ ਤੋਂ ਲਾਤਾ। ਕਿਉਂਕਿ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਉਤਪਾਦਕ ਖੇਤਰ ਹੈ ਉਹਦੀਆਂ ਵਸਤੂਆਂ ਨੂੰ ਸਿਰਫ ਪਰਿਵਾਰ ਖੇਤਰ ਨਹੀਂ ਖਰੀਦਦਾ, ਉਹ ਸਰਕਾਰ ਖੇਤਰ ਵੀ ਖਰੀਦਦਾ ਹੈ, ਤੇ ਸਰਕਾਰ ਖੇਤਰ ਵੀ ਉਤਪਾਦਕ ਖੇਤਰ ਨੂੰ ਉਪਭੋਗ ਖਰਚ ਦਿੰਦਾ ਹੈ। ਸਰਕਾਰ ਨੇ ਕੀ ਕੀਤਾ, ਆਦੀ ਤਰਫ ਤੋਂ ਕੀ ਕੀਤਾ, ਉਪਭੋਗ ਜਿਹੜਾ ਹੈ ਆਦਾ ਵਧਾਤਾ। ਮਤਲਬ ਸਰਕਾਰ ਨੇ ਉਤਪਾਦਕਾਂ ਨੂੰ ਕਿਹਾ ਵੀ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਵਸਤੂਆਂ ਤੇ ਸੇਵਾਵਾਂ ਚਾਹੀਦੀਆਂ। ਤਾਂ ਹੁਣ ਕੀ ਹੋਊਗਾ, ਉਤਪਾਦਕ ਕਹੇਗਾ ਕਿ ਪਹਿਲਾਂ ਮੈਂ 100 ਰੁਪਏ ਦੀਆਂ ਸਾਧਨ ਸੇਵਾਵਾਂ ਲੈ ਰਿਹਾ ਸੀ, ਉਹਦੇ ਬਦਲੇ 100 ਰੁਪਏ ਦਾ ਉਤਪਾਦਨ ਕਰਦਾ ਪਿਆ ਸੀ। ਉਹ ਉਤਪਾਦਨ ਜਿਹੜਾ ਮੈਂ ਇਹਨੂੰ ਦੇ ਰਿਹਾ ਸੀ, ਇਹ ਉਹਦੇ ਬਦਲੇ ਉਪਭੋਗ ਖਰਚਾ ਮੈਨੂੰ ਦੇ ਰਿਹਾ ਸੀ।
ਹੁਣ ਸਰਕਾਰ ਵੀ ਮੰਗ ਕਰ ਰਹੀ ਹੈ, ਤਾਂ ਹੁਣ ਉਤਪਾਦਕ ਨੂੰ ਲੱਗਿਆ ਕਿ 100 ਰੁਪਏ ਦੀਆਂ ਚੀਜ਼ਾਂ ਦਾ ਪਰਿਵਾਰ ਖੇਤਰ ਮੰਗ ਕਰ ਰਿਹਾ ਹੈ। ਮੰਨ ਲਓ ਕਿ 50 ਰੁਪਏ ਦੀਆਂ ਚੀਜ਼ਾਂ ਦੀ ਮੰਗ ਸਰਕਾਰ ਕਰ ਰਹੀ ਹੈ, ਯਾਨੀ ਨਿਵੇਸ਼ ਕਿੰਨੇ ਦਾ ਹੋਇਆ ਹੈ? 50 ਰੁਪਏ ਦਾ। ਹੁਣ ਉਤਪਾਦਕ ਨੂੰ ਲੱਗਦਾ ਹੈ ਕਿ ਮੈਨੂੰ ਲੋੜ ਹੈ 150 ਰੁਪਏ ਦੀਆਂ ਚੀਜ਼ਾਂ ਬਣਾਉਣ ਦੀ। ਹੁਣ ਇਹ ਉਤਪਾਦਕ ਖੇਤਰ ਪਰਿਵਾਰ ਖੇਤਰ ਨੂੰ ਕਹੇਗਾ ਕਿ ਆਪਾਂ ਉਤਪਾਦਨ ਜ਼ਿਆਦਾ ਕਰਨਾ ਹੈ, ਤਾਂ ਮੈਨੂੰ ਤੁਹਾਡੇ ਕੋਲੋਂ ਜ਼ਿਆਦਾ ਉਤਪਾਦਨ ਦੀਆਂ ਸੇਵਾਵਾਂ ਚਾਹੀਦੀਆਂ ਨੇ। ਤਾਂ ਹੁਣ ਇਹ ਕੀ ਕਰੂਗਾ? ਇਹ ਇਹਨੂੰ ਪਹਿਲਾਂ ਨਾਲੋਂ ਜ਼ਿਆਦਾ ਭੂਮੀ, ਪੂੰਜੀ, ਮਜ਼ਦੂਰ, ਉਦਮ ਦੇ ਦੇਗਾ। ਹੁਣ ਇਹ ਉਤਪਾਦਨ ਕਰੇਗਾ 150 ਰੁਪਏ ਦਾ। ਇਹ ਇਹਨੇ ਸੇਵਾਵਾਂ ਪਹਿਲਾਂ ਨਾਲੋਂ ਜ਼ਿਆਦਾ ਲਈਆਂ, ਤਾਂ ਹੁਣ ਕੀ ਹੋਊਗਾ? ਹੁਣ ਇਹ ਖੇਤਰ ਜਿਹੜਾ ਹੈ ਉਹ ਪਰਿਵਾਰ ਖੇਤਰ ਨੂੰ ਜਿਹੜੀ ਸਾਧਨ ਆਮਦਨ ਹੈ ਉਹ ਕਿੰਨੇ ਦੀ ਦੇਗਾ? 150 ਰੁਪਏ ਦੀ। ਯਾਨੀ ਹੁਣ ਜਿਹੜਾ ਪਰਿਵਾਰ ਖੇਤਰ ਹੈ ਉਹਦੇ ਕੋਲ ਕਿੰਨੇ ਆ ਗਏ? 150 ਰੁਪਏ। ਹੁਣ ਇਹਦੇ ਕੋਲ 150 ਆ ਗਏ, ਪੈਸੇ ਆ ਗਏ ਪਹਿਲਾਂ ਨਾਲੋਂ ਜ਼ਿਆਦਾ। ਇਹ ਉਪਭੋਗ ਕਿੰਨੇ ਦਾ ਕਰੇਗਾ? ਇਹ ਵੀ ਉਪਭੋਗ ਪਹਿਲਾਂ ਨਾਲੋਂ ਜ਼ਿਆਦਾ ਕਰੇਗਾ। ਕਿੰਨੇ ਦਾ? 150 ਰੁਪਏ ਦਾ। ਤਾਂ ਹੁਣ ਉਪਭੋਗ ਖਰਚ ਜਿਹੜਾ ਹੈ ਉਹ ਕਿੰਨੇ ਦਾ ਹੋ ਗਿਆ? 150 ਰੁਪਏ ਦਾ। ਜਿਹੜਾ ਕਿੰਨੇ ਕਿੰਨੇ ਕੀਤਾ? 100 ਰੁਪਏ ਦਾ ਤਾਂ ਜਿਹੜਾ ਹੈ ਉਹ ਪਰਿਵਾਰ ਖੇਤਰ ਨੇ ਕੀਤਾ। 50 ਰੁਪਏ ਦੀਆਂ ਚੀਜ਼ਾਂ ਕਿੰਦੇ ਵਾਸਤੇ ਬਣਾਈਆਂ ਸੀ? ਸਰਕਾਰ ਵਾਸਤੇ। ਯਾਨੀ ਕਿ ਆ ਪਰਿਵਾਰ ਦੇ ਵਿੱਚ ਆਪਾਂ ਨਾਲ ਕੀ ਲਿਖਤਾ ਇੱਥੇ? ਸਰਕਾਰ ਖੇਤਰ। ਯਾਨੀ ਪਰਿਵਾਰ ਖੇਤਰ 100 ਰੁਪਏ ਦੀਆਂ, 50 ਰੁਪਏ ਦੀਆਂ ਸਰਕਾਰ ਖੇਤਰ, ਦੋਨੋਂ ਮਿਲ ਕੇ 150 ਰੁਪਏ ਦਾ ਉਪਭੋਗ ਖਰਚ ਜਿਹੜਾ ਹੈ ਉਹ ਕਰ ਰਹੇ ਨੇ। ਯਾਨੀ ਹੁਣ ਉਤਪਾਦਕ ਖੇਤਰ ਨੂੰ ਕਿੰਨੇ ਪਹੁੰਚਣਗੇ? 150। ਯਾਨੀ ਪਹਿਲਾਂ ਜਿਹੜਾ ਚੱਕਰ ਚੱਲਦਾ ਪਿਆ ਸੀ ਉਹ 100 ਰੁਪਏ ਦਾ ਸੀ, ਹੁਣ ਕਿੰਨੇ ਦਾ ਹੋ ਜਾਏਗਾ? 150 ਰੁਪਏ ਦਾ ਹੋ ਜਾਏਗਾ। ਠੀਕ ਹੋ ਗਿਆ? ਯਾਨੀ ਚੱਕਰ ਹੋ ਗਿਆ ਪਹਿਲਾਂ ਨਾਲੋਂ ਵੱਡਾ। ਕਿੰਦੀ ਵਜ੍ਹਾ ਨਾਲ? ਜਦੋਂ ਸਰਕਾਰ ਨੇ ਪੈਸਾ ਲਾਇਆ, ਸਰਕਾਰ ਨੇ ਨਿਵੇਸ਼ ਕੀਤਾ। ਤਾਂ ਨਿਵੇਸ਼ ਕੀ ਹੈ? ਉਹ ਇੱਕ ਪ੍ਰਵਾਹ ਚਰ ਹੈ ਜਿਨੇ ਕੀ ਕੀਤਾ? ਆਮਦਨ ਤੇ ਉਤਪਾਦਨ ਦੇ ਇਸ ਚੱਕਰੀ ਪ੍ਰਵਾਹ ਨੂੰ ਪਹਿਲਾਂ ਨਾਲੋਂ ਵੱਡਾ ਕਰਤਾ। ਹੋਰ ਐਗਜ਼ਾਮਪਲ ਲੈ ਲੈਂਦੇ ਆ। ਅਗਰ ਆਪਾਂ ਨਿਵੇਸ਼ ਦੀ ਥਾਂ ਤੇ ਇੱਥੇ ਆਪਾਂ ਇਹ ਦੇਖੀਏ ਵੀ ਆਪਣੇ ਦੇਸ਼ ਦੇ ਨਿਰਯਾਤ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੱਧ ਗਏ। ਹੁਣ ਕੀ ਹੋਊਗਾ? ਜੇ ਨਿਰਯਾਤ ਵਧਣਗੇ ਤਾਂ ਉਹਦੇ ਨਾਲ ਇਹ ਹੋਏਗਾ ਵੀ ਹੁਣ ਉਤਪਾਦਕ ਖੇਤਰ ਦੀਆਂ ਵਸਤੂਆਂ ਦੀ ਮੰਗ ਸਿਰਫ ਆਪਣੇ ਜਿਹੜਾ ਦੇਸ਼ ਹੈ ਉਹਦਾ ਪਰਿਵਾਰ ਖੇਤਰ ਨਹੀਂ ਕਰ ਰਿਹਾ, ਬਲਕਿ ਕੌਣ ਕਰ ਰਿਹਾ ਹੈ? ਦੂਜੇ ਦੇਸ਼ ਵੀ ਕਰ ਰਹੇ ਨੇ। ਤਾਂ ਹੁਣ ਉਤਪਾਦਕ ਕਹਿੰਦਾ ਹੈ ਕਿ 100 ਰੁਪਏ ਦੀਆਂ ਚੀਜ਼ਾਂ ਦੀ ਮੰਗ ਤਾਂ ਪਰਿਵਾਰ ਖੇਤਰ ਕਰਦਾ ਪਿਆ ਸੀ, ਹੁਣ ਸਰਕਾਰ ਖੇਤਰ ਦੀ ਥਾਂ ਤੇ ਕੀ ਆ ਜਾਏਗਾ? ਹੋਰ ਸੰਸਾਰ। ਠੀਕ ਹੈ? 50 ਰੁਪਏ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਮੰਗ ਕਰ ਰਿਹਾ ਹੈ ਹੋਰ ਸੰਸਾਰ। ਮਤਲਬ 100 ਰੁਪਏ ਦੀਆਂ ਚੀਜ਼ਾਂ ਮੈਂ ਆਦੇ ਦੇਸ਼ ਦੇ ਪਰਿਵਾਰ ਖੇਤਰ ਨੂੰ ਦੇਣੀਆਂ ਨੇ, ਤੇ 50 ਰੁਪਏ ਦੀਆਂ ਚੀਜ਼ਾਂ ਦਾ ਮੈਂ ਨਿਰਯਾਤ ਕਰਨਾ ਹੈ, ਤਾਂ ਉਹਦੇ ਵਾਸਤੇ ਵੀ ਬਣਾਉਣਾ ਪਊਗਾ। ਹੁਣ ਉਤਪਾਦਨ ਕਿੰਨੇ ਦਾ ਕਰੇਗਾ? 150 ਦਾ। ਕਿੰਦੇ ਵਾਸਤੇ? 100 ਰੁਪਏ ਦਾ ਆਦੇ ਦੇਸ਼ ਦੇ ਪਰਿਵਾਰ ਖੇਤਰ ਵਾਸਤੇ। 50 ਰੁਪਏ ਦੀਆਂ ਚੀਜ਼ਾਂ ਦਾ ਨਿਰਮਾਣ ਕਰੇਗਾ ਨਿਰਯਾਤ ਕਰਨ ਵਾਸਤੇ। ਤਾਂ ਹੁਣ ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਏਗਾ। ਕਿੰਨੇ ਦਾ? 150 ਦਾ। ਇਹਦਾ ਮਤਲਬ ਸਾਧਨ ਸੇਵਾਵਾਂ ਕਿੰਨੀਆਂ ਲਈਆਂ ਜਾਣਗੀਆਂ? 150 ਦੀਆਂ। ਉਹਦੇ ਬਦਲੇ ਕਿੰਨੀ ਆਮਦਨ ਦਿੱਤੀ ਜਾਏਗੀ? 150। ਉਹਦੇ ਬਦਲੇ ਉਪਭੋਗ ਖਰਚ ਵੀ ਕਿੰਨਾ ਹੋਏਗਾ? 150। ਤਾਂ ਕੀ ਹੋਇਆ? ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਉਹ ਪਹਿਲਾਂ ਨਾਲੋਂ ਵੱਡਾ ਹੋ ਗਿਆ। ਹੋਰ ਗੱਲ ਕਰ ਲੈਂਦੇ ਆ ਆਪਾਂ, ਇੱਥੇ ਖਰਚ ਦੀ ਗੱਲ ਕਰ ਲੈਂਦੇ ਆ ਵੀ ਕੀ ਹੋਇਆ ਵੀ ਜਿਹੜਾ ਪਰਿਵਾਰ ਖੇਤਰ ਹੈ ਇਹ ਕਹਿੰਦਾ ਸੀ ਇਹਦਾ ਖਰਚਾ ਵਧਾ ਰਹੇ ਆ। ਜਿਹੜਾ ਉਤਪਾਦਕ ਖੇਤਰ ਹੈ ਉਹ ਪਹਿਲਾਂ ਇਹਦੇ ਵਾਸਤੇ 100 ਰੁਪਏ ਦੀਆਂ ਚੀਜ਼ਾਂ ਬਣਾਉਂਦਾ ਪਿਆ ਸੀ, ਕਿਉਂਕਿ ਪਰਿਵਾਰ ਖੇਤਰ ਜਿਹੜਾ ਹੈ ਉਹ 100 ਰੁਪਏ ਦੀ ਮੰਗ ਕਰ ਰਿਹਾ ਸੀ। ਹੁਣ ਇਹ 100 ਰੁਪਏ ਦੀ ਮੰਗ ਕਰ ਰਿਹਾ ਹੈ, ਇਹ ਇਹਦੇ ਕੋਲੋਂ 100 ਰੁਪਏ ਦੀਆਂ ਸੇਵਾਵਾਂ ਲੈ ਰਿਹਾ ਹੈ, ਉਹਦੇ ਬਦਲੇ ਨੂੰ 100 ਰੁਪਏ ਦੇ ਰਿਹਾ ਹੈ, ਇਹ 100 ਰੁਪਏ ਦੀਆਂ ਚੀਜ਼ਾਂ ਖਰੀਦ ਰਿਹਾ ਹੈ। ਹੁਣ ਇਹ ਕਹਿੰਦਾ ਕਿ ਮੈਂ ਤਾਂ 150 ਰੁਪਏ ਦੀਆਂ ਚੀਜ਼ਾਂ ਖਰੀਦੂੰਗਾ। ਹੁਣ ਉਤਪਾਦਕ ਖੇਤਰ ਕਹੇਗਾ ਕਿ ਭਾਈ ਸਾਹਿਬ ਤੁਸੀਂ 150 ਦੀਆਂ ਚੀਜ਼ਾਂ ਕਿੱਥੋਂ ਖਰੀਦ ਲੋਗੇ? ਤੁਹਾਡੇ ਕੋਲ ਤਾਂ 150 ਰੁਪਏ ਹੈ ਹੀ ਨਹੀਂ। ਉਹ ਕਹਿੰਦਾ ਕੋਈ ਗੱਲ ਨਹੀਂ, ਅਸੀਂ ਆਦੀਆਂ ਸਾਧਨ ਸੇਵਾਵਾਂ ਵਧਾ ਦਿੰਨੇ ਆ। ਪਹਿਲਾਂ ਤੈਨੂੰ ਅਸੀਂ ਸਾਧਨ ਸੇਵਾਵਾਂ ਦੇ ਰਹੇ ਹਾਂ 100 ਰੁਪਏ ਦੀਆਂ, ਹੁਣ ਤੈਨੂੰ ਅਸੀਂ ਸਾਧਨ ਸੇਵਾਵਾਂ ਦੇਵਾਂਗੇ 150 ਦੀਆਂ। ਠੀਕ ਹੈ? ਹੁਣ ਜੇ ਤੂੰ ਸਾਡੇ ਕੋਲ ਜ਼ਿਆਦਾ ਸੇਵਾਵਾਂ ਲਏਗਾ ਤਾਂ ਸਾਨੂੰ ਉਹਦੇ ਬਦਲੇ 150 ਰੁਪਏ ਦੇਵੇਂਗਾ, ਸਾਡੇ ਕੋਲ 150 ਆ ਜਾਏਗਾ। ਤੂੰ ਸਾਨੂੰ 150 ਰੁਪਇਆ ਦੇ ਦੇ, ਅਸੀਂ 150 ਦੀ ਮੰਗ ਕਰ ਲਾਂਗੇ। ਤਾਂ ਹੁਣ ਉਤਪਾਦਕ ਖੇਤਰ ਨੂੰ ਲੱਗੇਗਾ ਵੀ ਅਗਰ ਇਹ ਕਹਿੰਦਾ ਹੀ ਪਿਆ ਹੈ ਕਿ ਮੈਨੂੰ 50 ਰੁਪਏ ਦੀਆਂ ਚੀਜ਼ਾਂ ਹੋਰ ਦੇ ਦੇ ਤਾਂ ਮੈਨੂੰ ਕੀ ਇਤਰਾਜ਼ ਹੈ? ਤਾਂ ਹੁਣ ਕੀ ਹੋਊਗਾ? ਜਿਹੜਾ ਪਰਿਵਾਰ ਖੇਤਰ ਹੈ ਸਭ ਤੋਂ ਪਹਿਲਾਂ ਉਤਪਾਦਕ ਖੇਤਰ ਨੂੰ 150 ਰੁਪਏ ਦੀਆਂ ਸਾਧਨ ਸੇਵਾਵਾਂ ਦੇਗਾ, ਉਹਦੇ ਬਦਲੇ ਉਤਪਾਦਕ ਖੇਤਰ ਨੂੰ 150 ਰੁਪਏ ਦੀ ਆਮਦਨ ਦੇਗਾ।
ਨਾਲ ਦੇ ਨਾਲ ਇਹਨੂੰ 150 ਰੁਪਏ ਦੀਆਂ ਵਸਤੂਆਂ ਤੇ ਸੇਵਾਵਾਂ ਦੇਵੇਗਾ। ਇਹ 150 ਦੀਆਂ ਵਸਤੂਆਂ ਸੇਵਾਵਾਂ ਖਰੀਦ ਲੇਗਾ, ਉਹਦੇ ਬਦਲੇ 150 ਰੁਪਏ ਇਹਨੂੰ ਦੇ ਦੇਗਾ। ਯਾਨੀ ਹੁਣ ਚੱਕਰ ਕਿੰਨੇ ਦਾ ਚੱਲੇਗਾ? 150 ਰੁਪਏ ਦਾ। ਯਾਨੀ ਹੁਣ ਖਰਚਾ ਵਧਣ ਨਾਲ ਵੀ ਕੀ ਹੋ ਗਿਆ ਵੀ ਜਿਹੜਾ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਸੀ ਉਹ ਪਹਿਲਾਂ ਨਾਲੋਂ ਵੱਡਾ ਹੋ ਗਿਆ। ਤਾਂ ਮੈਂ ਕਹਾਂਗਾ ਕਿ ਨਿਵੇਸ਼, ਨਿਰਯਾਤ, ਖਰਚ ਇਹ ਕੀ ਨੇ? ਇਹ ਤਿੰਨ ਉਦਾਹਰਨਾਂ ਨੇ ਕਿਸ ਚੀਜ਼ ਦੀਆਂ? ਸਮਾਵੇਸ਼ ਦੀਆਂ। ਬਲਕਿ ਇਹਨਾਂ ਦੇ ਕਰਕੇ ਕੀ ਹੁੰਦਾ ਹੈ ਵੀ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਪਹਿਲਾਂ ਨਾਲੋਂ ਵੱਡਾ ਹੋ ਜਾਂਦਾ ਹੈ। ਪਰ ਮੈਂ ਇਹ ਨਹੀਂ ਕਿਹਾ ਸਿਰਫ ਇਹ ਤਿੰਨ ਹੀ ਨੇ, ਹੋਰ ਬੜੀਆਂ ਐਗਜ਼ਾਮਪਲ ਹੈਗੀਆਂ ਆਪਣੇ ਕੋਲ, ਪਰ ਆਪਣੇ ਵਾਸਤੇ ਇੰਨੀਆਂ ਤਿੰਨ ਯਾਦ ਰੱਖਣੀਆਂ ਬਹੁਤ ਈਜ਼ੀ ਨੇ ਵੀ ਨਿਵੇਸ਼ ਹੋ ਜਾਵੇ, ਨਿਰਯਾਤ ਹੋ ਜਾਣ ਤੇ ਖਰਚਾ ਵੱਧ ਜਾਵੇ ਤਾਂ ਕੀ ਹੋਏਗਾ? ਉਤਪਾਦਨ ਜ਼ਿਆਦਾ ਹੋਏਗਾ, ਆਮਦਨ ਜ਼ਿਆਦਾ ਹੋਏਗੀ, ਉਹਦੇ ਨਾਲ ਕੀ ਹੋਊਗਾ? ਖਰਚਾ ਵੀ ਜ਼ਿਆਦਾ ਹੋਏਗਾ। ਤਾਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਪਹਿਲਾਂ ਨਾਲੋਂ ਵੱਡਾ ਹੋ ਜਾਏਗਾ। ਤਾਂ ਇਹਨੂੰ ਆਪਾਂ ਕਵਾਂਗੇ ਸਮਾਵੇਸ਼। ਹੁਣ ਆਪਾਂ ਸਮਾਵੇਸ਼ ਤੋਂ ਬਾਅਦ ਜਿਹੜੀ ਗੱਲ ਕਰਦੇ ਹਾਂ ਉਹ ਆਪਾਂ ਗੱਲ ਕਰਦੇ ਹਾਂ ਆਪਣੇ ਦੂਸਰੇ ਤੱਤਾਂ ਦੀ, ਜਿਹੜੇ ਕੀ ਕਰਦੇ ਆ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਪਹਿਲਾਂ ਨਾਲੋਂ ਛੋਟਾ ਕਰ ਦਿੰਦੇ ਨੇ। ਉਹਨੂੰ ਆਪਾਂ ਵਾਪਸੀ ਵੀ ਕਹਿ ਸਕਦੇ ਹਾਂ ਤੇ ਉਹਨੂੰ ਆਪਾਂ ਰਿਸਾਵ ਵੀ ਕਹਿ ਸਕਦੇ ਹਾਂ। ਇੰਗਲਿਸ਼ ਵਿੱਚ ਉਹਨੂੰ ਕਹਿੰਦੇ ਹੈ ਲੀਕੇजेस। यानी हुण की हो रहा है भी आमदन ते उत्पादन दा जिहड़ा चक्री प्रवाह है उहदे चों कोई ना कोई चीज की हो जाएगा? लीक हो जाएगी। जे लीक हो जाएगी तो की होगा भी जो चक्कर चल रहा सी वो पहला नालों छोटा हो जाऊगा। भी जे अपने पानी की टैंकी च पानी पिया है तो अगर मैं उहदे चों पानी लीक करा दियां तो पानी घट रह जाना है, यानी जिहड़ा सर्कल है वो की होगा? छोटा हो जाएगा। तो सब तो पहला परिभाषा भी की होगा जिहड़ी वापसी है वो भी की ने? प्रवाह चर ही ने, क्योंकि अगर इहदे विच आना है तो प्रवाह चर ही आएंगे। तो वापसी तो भाव, ठीक है, तुसी वापसी नहीं लिखना, तुसी रिसाव भी लिख सकते हो। भाव की है? उन्हां सारे प्रवाह चरां तो है जो आमदन ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਪਹਿਲਾਂ ਨਾਲੋਂ ਕੀ ਕਰ ਦਿੰਦੇ ਐ? ਛੋਟਾ ਕਰ ਦਿੰਦੇ ਹਨ। ठीक है, तो फिर इहदे च ओही गल आऊगी भी ये ओ चर होणगे जिहड़े की करनगे आमदन ते उत्पादन दा जिहड़ा चक्री प्रवाह होऊगा ओनू पहला नालों छोटा करनगे। इहदा मतलब पहला एक प्रवाह चलदा होऊगा जिन्हों इन्हां ने की करना है? पहला नालों छोटा कर देना है। तो सब तो पहला आपां की करदे हां? एक पहला वाला प्रवाह जिहड़ा है वो बना लैंदे हां। उहदे वास्ते आपां की करदे हां? फिर आपां एक सिंपल दो खेतरी अर्थव्यवस्था दी एग्जांपल ले लैंदे हां। एक अपने कोल परिवार खेतर आ जाता है, इधर अपने कोल उत्पादक खेतर आ जाता है। तो अपने कोल दो खेतर ने, ठीक है, मैं पहला भी क्या है भी आप दो तो ज्यादा भी ले सकते हैं, पर सौखा करने वास्ते आप दो ही ले रहे हैं। तो सब तो पहला की होगा भी जिहड़ा परिवार खेतर है वो की होगा? उनका ते उत्पादक खेतर दा लेन देन होएगा। परिवार खेतर ने आदियां साधन सेवावां इहनूं देनियां ने, इन्हें उत्पादन करना है। उत्पादन करके इस खेतर ने की करना है? सब तो पहला जिहड़ा परिवार खेतर है उन्होंने की कर देनी है? उन्होंने साधन आमदन जिहड़ी है वो दे देनी है। मान लो भी जिहड़ा उत्पादक खेतर है वो इन्हों साधन आमदन जिहड़ी है वो दे रहा है 200 रुपए दी, ठीक है जी। तो उत्पादक खेतर तो साधन आमदन आई 200 रुपए दी, मतलब इहदे कोल की हो गया? 200 रुपए आ गए। ਤਾਂ ਇਹਨੇ ਕੀ ਕੀਤਾ? 200 ਰੁਪਏ ਲੈ ਲੇ, ਨਾਲ ਦੇ ਨਾਲ ਇਹਨੇ 200 ਰੁਪਏ ਕਿਉਂ ਦਿੱਤੇ? ਕਿਉਂਕਿ ਇਹਨੇ ਕੀ ਕੀਤਾ ਸੀ? ਇਹਨੇ ਜਿਹੜੀਆਂ ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ ਕੀਤਾ ਸੀ ਉਹ ਕਿੰਨਾ ਕੀਤਾ ਸੀ? 200 ਰੁਪਏ ਦਾ। ਇਹਨੇ ਉਹ 200 ਰੁਪਏ ਦੀਆਂ ਵਸਤੂਆਂ ਤੇ ਸੇਵਾਵਾਂ ਵੇਚੀਆਂ, 200 ਰੁਪਏ ਕਮਾਏ। ਉਹ 200 ਰੁਪਏ ਜਿਹੜੇ ਨੇ ਉਹ ਇਹਨੇ ਨੂੰ ਸਾਧਨ ਆਮਦਨ ਦੇ ਤੌਰ ਤੇ ਦਿੱਤੇ। ਹੁਣ ਇਹਦੇ ਕੋਲ 200 ਰੁਪਏ ਆ ਗਏ, ਇਹਦੇ ਕੋਲ 200 ਰੁਪਏ ਦੀਆਂ ਚੀਜ਼ਾਂ ਪਈਆਂ ਨੇ। ਇਹ ਖੇਤਰ ਕਹਿੰਦਾ ਹੈ ਕਿ ਮੈਂ ਉਹ 200 ਰੁਪਏ ਦੀਆਂ ਚੀਜ਼ਾਂ ਦਾ ਉਪਭੋਗ ਕਰਨਾ ਹੈ। ਤਾਂ ਉਤਪਾਦਕ ਖੇਤਰ ਨੇ ਉਹ 200 ਰੁਪਏ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਦਿੱਤੀਆਂ। ਤਾਂ ਕੀ ਹੋਇਆ? ਇਹਨੇ ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ
ਉਹਨੂੰ ਕੀ ਕੀਤਾ, ਉਹ 200 ਰੁਪਏ ਦਾ ਕੀ ਕਰਤਾ, ਉਪਭੋਗ ਖਰਚ ਜਿਹੜਾ ਹੈ ਉਹ ਕਰਤਾ। ਤਾਂ ਉਪਭੋਗ ਖਰਚ ਕਿੰਨੇ ਦਾ ਕੀਤਾ, 200 ਰੁਪਏ ਦਾ। ਇਹ ਆਪਣਾ ਸ਼ੁਰੂਆਤੀ ਜਿਹੜਾ ਚੱਕਰ ਹੈ ਉਹ ਚੱਲਦਾ ਪਿਆ ਹੈ 200 ਰੁਪਏ ਦਾ। ਹੁਣ ਕੀ ਹੋਇਆ, ਹੁਣ ਇੱਕ ਫੈਕਟਰ ਨੇ ਹੋਰ ਕੰਮ ਕੀਤਾ। ਹੁਣ ਆਪਾਂ ਕਰਨੇ ਆ ਰਿਸਾਵ। ਜਿਵੇਂ ਆਪਾਂ ਪਹਿਲੀ ਗੱਲ ਕਰੀਏ, ਪਹਿਲੀ ਗੱਲ ਵਿੱਚ ਆਪਾਂ ਲੈ ਸਕਦੇ ਹਾਂ ਵਿਨਿਵੇਸ਼ ਦੀ। ਹੁਣ ਵਿਨਿਵੇਸ਼ ਕੀ ਹੁੰਦਾ, ਨਿਵੇਸ਼ ਹੁੰਦਾ ਹੈ ਕਿਸੇ ਕੰਮ 'ਚ ਪੈਸੇ ਲਾਣੇ। ਵਿਨਿਵੇਸ਼ ਹੁੰਦਾ ਹੈ ਵੀ ਜੋ ਕੰਮ ਦੇ ਵਿੱਚ ਪੈਸੇ ਲਾਏ ਹੋਏ ਆ ਉਹਨੂੰ ਹੁਣ ਕੀ ਕਰਨਾ, ਕੱਢ ਲੈਣਾ। ਤਾਂ ਹੁਣ ਸਰਕਾਰ ਨੇ ਕੀ ਕੀਤਾ, ਜਿਹੜੇ ਪੈਸੇ ਲਾਏ ਹੋਏ ਸੀ ਉਹ ਕੱਢ ਲਏ। ਯਾਨੀ ਇਹ ਜਿਹੜਾ ਉਪਭੋਗ ਖਰਚ 200 ਰੁਪਏ ਦਾ ਹੋ ਰਿਹਾ ਹੈ, ਇਹ ਪਰਿਵਾਰ ਖੇਤਰ ਤੇ ਨਾਲ ਸਰਕਾਰ ਖੇਤਰ ਮਿਲ ਕੇ ਕਰ ਰਹੇ ਸੀ। ਸਰਕਾਰ ਖੇਤਰ ਆਪਾਂ ਦਿਖਾਇਆ ਨਹੀਂ ਸਿੰਪਲਿਸਿਟੀ ਵਾਸਤੇ। ਤਾਂ ਸਰਕਾਰ ਕਹਿੰਦੀ ਹੈ ਵੀ ਜੋ ਅਸੀਂ ਪੈਸੇ ਲਾਏ ਹੋਏ ਸੀ ਨਾ, ਅਸੀਂ ਉਹ ਪੈਸੇ ਵਾਪਸ ਕੱਢਣ ਲੱਗੇ ਆ। ਅਸੀਂ ਤਾਂ ਜੋ ਲਾਏ ਸੀ 50 ਰੁਪਏ ਵਾਪਸ ਕੱਢ ਲਏ। ਹੁਣ 100 ਰੁਪਏ ਦਾ ਉਪਭੋਗ ਖਰਚ ਕਰ ਰਿਹਾ ਸੀ ਪਰਿਵਾਰ ਖੇਤਰ, 100 ਰੁਪਏ ਦਾ ਕਰ ਰਿਹਾ ਸੀ ਸਰਕਾਰ ਖੇਤਰ। 200 ਰੁਪਏ ਦਾ ਉਪਭੋਗ ਖਰਚ ਹੋ ਰਿਹਾ ਸੀ, ਸਰਕਾਰ ਖੇਤਰ ਆਪਾਂ ਦਿਖਾਇਆ ਨਹੀਂ ਸਿੰਪਲਿਸਿਟੀ ਵਾਸਤੇ। ਤਾਂ ਹੁਣ ਜਿਹੜਾ ਸਰਕਾਰ ਖੇਤਰ ਹੈ ਉਹ ਕਹਿੰਦਾ ਵੀ ਅਸੀਂ ਤਾਂ 50 ਰੁਪਏ ਜਿਹੜੇ ਨੇ ਉਹ ਵਾਪਸ ਕੱਢਣ ਲੱਗੇ ਆ। ਯਾਨੀ ਅਸੀਂ ਮੰਗ ਕਰਾਂਗੇ ਹੁਣ ਸਿਰਫ 50 ਰੁਪਏ ਦੀ। ਪਰਿਵਾਰ ਕਹਿੰਦਾ ਜੀ ਅਸੀਂ ਤਾਂ 100 ਦੀ ਕਰਾਂਗੇ। ਹੁਣ 50 ਰੁਪਏ ਦੀ ਮੰਗ ਕੌਣ ਕਰ ਰਿਹਾ ਹੈ, ਸਰਕਾਰ। ਟੋਟਲ ਮੰਗ ਕਿੰਨੀ, 150 ਰੁਪਏ ਦੀ। ਜੇ ਮੰਗ ਹੀ 150 ਦੀ ਹੈ ਤਾਂ ਇਹ 200 ਰੁਪਏ ਦੀਆਂ ਚੀਜ਼ਾਂ ਬਣਾ ਕੇ ਕੀ ਕਰੂਗਾ। ਤਾਂ ਹੁਣ ਇਹ ਕਹਿੰਦਾ ਹੈ ਕਿ ਜੇ ਮੰਗ 150 ਦੀ ਹੈ, ਮੈਂ ਤਾਂ 150 ਦੀਆਂ ਚੀਜ਼ਾਂ ਬਣਾਉਂਗਾ। ਯਾਨੀ ਇਹ ਉਤਪਾਦਕ ਖੇਤਰ ਕੀ ਕਰੇਗਾ, ਇਸ ਪਰਿਵਾਰ ਖੇਤਰ ਦੇ ਕੋਲੋਂ ਹੁਣ ਜਿਹੜੀਆਂ ਸਾਧਨ ਸੇਵਾਵਾਂ ਲਏਗਾ ਉਹ ਲਏਗਾ 150 ਦੀਆਂ, ਕਿਉਂਕਿ ਇਹਨੇ ਹੁਣ ਉਤਪਾਦਨ ਕਿੰਨੇ ਦਾ ਕਰਨਾ ਹੈ, 150 ਦਾ। ਜੇ ਸਾਧਨ ਸੇਵਾਵਾਂ 150 ਦੀਆਂ ਲਏਗਾ ਤਾਂ ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਪਰਿਵਾਰ ਖੇਤਰ ਨੂੰ ਸਾਧਨ ਆਮਦਨ ਕਿੰਨੇ ਦੀ ਦੇਗਾ, 150 ਰੁਪਏ ਦੀ। ਹੁਣ ਇਹਦੇ ਕੋਲ ਕਿੰਨੇ ਆਣਗੇ, 150 ਰੁਪਏ। ਇਹਦੇ ਕੋਲ ਚੀਜ਼ਾਂ ਕਿੰਨੇ ਦੀਆਂ, 150 ਰੁਪਏ ਦੀਆਂ। ਹੁਣ ਪਰਿਵਾਰ ਤੇ ਸਰਕਾਰ ਮਿਲ ਕੇ ਉਪਭੋਗ ਖਰਚ ਕਿੰਨਾ ਕਰਨਗੇ, 150 ਰੁਪਏ ਦਾ। ਉਹ ਕਿੰਦੇ ਕੋਲ ਪਹੁੰਚ ਜਾਏਗਾ, ਉਤਪਾਦਕ ਖੇਤਰ ਕੋਲ। ਤਾਂ ਉਪਭੋਗ ਖਰਚ ਕਿੰਨਾ ਹੋ ਗਿਆ, ਹੁਣ ਹੋ ਗਿਆ 150 ਦਾ। ਯਾਨੀ ਜੋ ਚੱਕਰ ਪਹਿਲਾਂ 200 ਰੁਪਏ ਦਾ ਚੱਲਦਾ ਪਿਆ ਸੀ, ਹੁਣ ਸਰਕਾਰ ਦੁਆਰਾ ਜਿਹੜਾ ਨਿਵੇਸ਼ ਹੈ ਉਹਨੂੰ ਘਟਾਉਣ ਕਰਕੇ, ਯਾਨੀ ਨਿਵੇਸ਼ ਦੀ ਬਜਾਏ ਵਿਨਿਵੇਸ਼ ਕਰਨ ਕਰਕੇ ਹੁਣ ਚੱਕਰ ਕਿੰਨੇ ਦਾ ਹੋ ਜਾਊਗਾ, 150 ਦਾ ਹੋ ਜਾਏਗਾ। ਚੱਕਰ ਹੋ ਗਿਆ ਛੋਟਾ, ਮੈਂ ਕਹਾਂਗਾ ਕੀ ਹੋ ਗਏ, ਲੀਕੇजेस ਹੋ ਗਏ। ਹੁਣ ਇਹ ਤਾਂ ਇੱਕ ਐਗਜ਼ਾਮਪਲ ਸੀ। ਨੰਬਰ 2 ਆਪਾਂ ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਆ, ਆਯਾਤ ਦੀ। ਹੁਣ ਕੀ ਹੋਇਆ ਵੀ ਜਿਹੜਾ ਸ਼ੁਰੂਆਤ ਦੇ ਵਿੱਚ ਜਿਹੜਾ ਆਪਣੇ ਦੇਸ਼ ਦਾ ਪਰਿਵਾਰ ਖੇਤਰ ਹੈ ਉਹ ਆਪਣੇ ਦੇਸ਼ ਦੇ ਉਤਪਾਦਕ ਖੇਤਰ ਕੋਲੋਂ 200 ਰੁਪਏ ਦੀਆਂ ਚੀਜ਼ਾਂ ਖਰੀਦ ਰਿਹਾ ਸੀ। ਹੁਣ ਆਪਣੇ ਦੇਸ਼ ਦਾ ਪਰਿਵਾਰ ਖੇਤਰ ਕਹਿੰਦਾ ਹੈ ਕਿ ਮੈਂ ਚੀਜ਼ਾਂ ਤਾਂ 200 ਦੀਆਂ ਹੀ ਖਰੀਦਣੀਆਂ ਨੇ, ਪਰ ਮੈਂ ਆਪਣੇ ਦੇਸ਼ ਦੇ ਉਤਪਾਦਕ ਖੇਤਰੋਂ ਕੋਲੋਂ ਖਰੀਦੂੰਗਾ 150 ਦੀਆਂ ਚੀਜ਼ਾਂ। 50 ਰੁਪਏ ਦੀਆਂ ਚੀਜ਼ਾਂ ਮੈਂ ਦੂਜੇ ਦੇਸ਼ਾਂ ਤੋਂ ਖਰੀਦੂੰਗਾ। ਯਾਨੀ 50 ਰੁਪਏ ਦੀਆਂ ਚੀਜ਼ਾਂ ਦਾ ਮੈਂ ਆਯਾਤ ਕਰਾਂਗਾ। ਹੁਣ ਉਤਪਾਦਕ ਖੇਤਰ ਬੋਲੇਗਾ ਵੀ ਤੇ ਜੇਕਰ ਤੂੰ ਮੇਰੇ ਕੋਲੋਂ 150 ਰੁਪਏ ਦੀਆਂ ਚੀਜ਼ਾਂ ਖਰੀਦਣੀਆਂ ਨੇ ਤਾਂ ਫਿਰ ਮੈਂ 200 ਦੀਆਂ ਬਣਾ ਕੇ ਕੀ ਕਰੂੰਗਾ। ਹੁਣ ਇਹ ਕੀ ਕਰੂਗਾ, ਇਹ 150 ਦੀਆਂ ਚੀਜ਼ਾਂ ਬਣਾਏਗਾ। 150 ਦੀਆਂ ਚੀਜ਼ਾਂ ਬਣਾਏਗਾ ਤਾਂ ਸਾਧਨ ਸੇਵਾਵਾਂ ਕਿੰਨੀਆਂ ਲਏਗਾ, 150 ਦੀਆਂ। ਉਹਦੇ ਬਦਲੇ ਸਾਧਨ ਆਮਦਨ ਕਿੰਨੀ ਦੇਗਾ, 150 ਦੀ। ਉਹਦੇ ਬਦਲੇ ਇਹ ਨੂੰ ਕਿੰਨੇ ਪੈਸੇ ਦੇਗਾ, 150 ਰੁਪਏ। ਚੱਕਰ ਕੀ ਹੋ ਗਿਆ, ਛੋਟਾ ਹੋ ਗਿਆ। ਜਦੋਂ ਆਪਾਂ ਕੀ ਕੀਤਾ, ਚੀਜ਼ਾਂ ਆਪਣੇ ਦੇਸ਼ ਦੇ ਉਤਪਾਦਕ ਖੇਤਰ ਕੋਲੋਂ ਖਰੀਦਣ ਦੀ ਬਜਾਏ ਆਯਾਤ ਕਰਨੇ ਸ਼ੁਰੂ ਕਰਤੇ। ਆਪਣੇ ਦੇਸ਼ ਦਾ ਉਤਪਾਦਕ ਖੇਤਰ ਕੀ ਕਰੇਗਾ, ਚੀਜ਼ਾਂ ਘੱਟ ਬਣਾਏਗਾ। ਕੀ ਹੋਏਗਾ, ਚੱਕਰ ਛੋਟਾ ਹੋ ਜਾਏਗਾ। ਤੀਜੀ ਚੀਜ਼ ਆਪਾਂ ਬਚਤ ਲੈ ਸਕਦੇ ਹਾਂ। ਜਿਹੜਾ ਪਰਿਵਾਰ ਖੇਤਰ ਹੈ ਉਹ ਕਹਿੰਦਾ ਹੈ ਕਿ ਮੈਂ ਅਗਰ ਮੈਨੂੰ 200 ਰੁਪਏ ਮਿਲਣਗੇ ਨਾ, ਮੈਂ ਵਾਪਸ ਇਹਨੂੰ 200 ਰੁਪਏ ਦੀਆਂ ਚੀਜ਼ਾਂ ਨਹੀਂ ਦੇਣੀਆਂ। ਮੈਂ ਕੀ ਕਰਨਾ ਹੈ, 200 ਰੁਪਏ ਜੇ ਤੂੰ ਮੈਨੂੰ ਦੇਵੇਂਗਾ, ਠੀਕ ਹੈ, ਤਾਂ ਆ 200 ਰੁਪਏ ਦਾ ਸਾਧਨ ਆਮਦਨ ਆਈ ਸੀ। ਇਹ ਕਹਿੰਦਾ ਮੈਂ 50 ਰੁਪਏ ਤਾਂ ਰੱਖਾਂਗਾ ਵਿੱਤੀ ਖੇਤਰ ਦੇ ਵਿੱਚ, ਜਿਹੜਾ ਆਪਾਂ ਬਣਾਉਂਦੇ ਨਹੀਂ ਪਏ। ਸੋਚੋ ਇਹਨੂੰ 200 ਰੁਪਏ ਹੋਏ, ਇਹਨੇ ਉਹਦੇ ਵਿੱਚੋਂ 50 ਰੁਪਏ ਜਿਹੜੇ ਨੇ ਅਗਰ ਉਹ ਵਿੱਤੀ ਖੇਤਰ ਨੂੰ ਦੇਤੇ, ਯਾਨੀ ਇਹਨੇ ਕੀ ਕਰ ਲਿਆ, ਬੱਚਤ। ਯਾਨੀ ਹੁਣ ਇਹਦੇ ਕੋਲ ਕਿੰਨੇ ਬਚੇ, 150। ਹੁਣ ਜੇ 150 ਬਚੇ ਤਾਂ ਇਹ ਕਿੰਨੇ ਦੀ ਮੰਗ ਕਰੂਗਾ, 150 ਰੁਪਏ ਦੀ। ਬਦਲੇ ਚ ਕਿੰਨਾ ਜਾਏਗਾ, 150। ਇਹ ਖੇਤਰ ਸੋਚੂਗਾ ਕਿ ਮੈਂ ਇਹਨੂੰ 200 ਦਿੱਤੇ ਸੀ, ਇਹਨੇ ਚੀਜ਼ਾਂ ਖਰੀਦੀਆਂ 150 ਦੀਆਂ, ਮਤਲਬ ਇਹ ਮੰਗ ਕਰ ਰਿਹਾ ਹੈ 150 ਦੀ। ਤਾਂ ਮੈਂ ਫਿਰ ਉਤਪਾਦਨ 200 ਦਾ ਕਰਕੇ ਕੀ ਕਰੂੰਗਾ, ਤਾਂ ਅਗਲੀ ਵਾਰੀ ਉਹ ਉਤਪਾਦਨ ਕਿੰਨੇ ਦਾ ਕਰੇਗਾ, 150 ਦਾ। ਸਾਧਨ ਸੇਵਾਵਾਂ ਕਿੰਨੀਆਂ ਲਏਗਾ, 150 ਦੀਆਂ। ਉਹਦੇ ਬਦਲੇ ਸਾਧਨ ਆਮਦਨ ਕਿੰਨੀ ਦੇਗਾ, 150 ਦੀ। ਯਾਨੀ ਹੁਣ ਚੱਕਰ ਕਿੰਨੇ ਦਾ ਚੱਲੇਗਾ,
150 ਦਾ, यानी कि विनिवेश करके आयात होने करके बचत होने करके की होगा आमदन ते उत्पादन ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਪਹਿਲਾਂ ਨਾਲੋਂ ਛੋਟਾ ਹੋ ਜਾਏਗਾ। ਤਾਂ ਇਹਨਾਂ ਨੂੰ ਆਪਾਂ ਕਵਾਂਗੇ ਕਿ ਰਿਸਾਵ ਜਾਂ ਵਾਪਸੀ ਜਾਂ ਲੀਕੇजेस। ਜਿਹੜੇ ਆਪਣੇ ਸਮਾਵੇਸ਼ ਸੀ ਉਹ ਬਿਲਕੁਲ ਇਹਦੇ ਉਲਟੇ ਸੀ। ਵਿਨਿਵੇਸ਼ ਦੀ ਥਾਂ ਤੇ ਕੀ ਸੀ? ਨਿਵੇਸ਼। ਆਯਾਤ ਦੀ ਥਾਂ ਤੇ ਕੀ ਸੀ? ਨਿਰਯਾਤ। ਤੇ ਬਚਤ ਦੀ ਥਾਂ ਤੇ ਕੀ ਸੀ? ਖਰਚ। ਤਾਂ ਇਹ ਜਿਹੜੇ ਨੇ ਇਹ ਸਮਾਵੇਸ਼ ਨੇ ਤੇ ਇਹ ਕੀ ਨੇ? ਵਾਪਸੀਆਂ ਨੇ, ਜਿੰਨਾ ਕਰਕੇ ਕੀ ਹੁੰਦਾ ਹੈ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਉਹ ਬਦਲ ਜਾਂਦਾ ਹੈ, ਮਤਲਬ ਇੱਕੋ ਵਰਗਾ ਨਹੀਂ ਰਹਿੰਦਾ। ਹੁਣ ਇਹ ਤਾਂ ਹੋ ਗਿਆ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦਾ ਪਹਿਲਾਂ ਨਾਲੋਂ ਛੋਟਾ ਹੋਣਾ ਜਾਂ ਵੱਡਾ ਹੋਣਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਇਹ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਇਹਦਾ ਆਪਣੇ ਵਾਸਤੇ ਮਹੱਤਵ ਕੀ ਹੈ, ਵੀ ਕਿਉਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਆਪਾਂ ਉਹਨੂੰ ਪੜ੍ਹਦੇ ਹਾਂ। ਯਾਨੀ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਚੈਪਟਰ ਦੇ ਤੌਰ ਤੇ ਉਹਨੂੰ ਲੈ ਕੇ ਚੱਲਦੇ ਹਾਂ। ਜਦੋਂ ਮੈਂ ਇਹ ਚੈਪਟਰ ਸ਼ੁਰੂ ਕਰਾਇਆ ਸੀ ਮੈਂ ਇਹ ਕਿਹਾ ਸੀ ਵੀ ਜੇਕਰ ਇਹ ਚੈਪਟਰ ਸਮਝ ਆਊਗਾ ਤਾਂ ਕੀ ਹੋਊਗਾ, ਜਿਹੜੇ ਅਗਲੇ ਦੋ ਚੈਪਟਰ ਨੇ ਉਹ ਸਮਝ ਆ ਪਾਣਗੇ, ਕਿਉਂਕਿ ਅਗਲੇ ਦੋ ਚੈਪਟਰ ਜਿਹੜੇ ਹੈ ਉਹਨਾਂ ਦੇ ਵਿੱਚ ਆਪਾਂ ਇੱਕ ਦੇ ਵਿੱਚ ਕਰਨਾ ਹੈ ਰਾਸ਼ਟਰੀ ਆਮਦਨ ਦੇ ਨਾਲ ਸੰਬੰਧਿਤ ਧਾਰਨਾਵਾਂ, ਦੂਜੇ ਚ ਆਪਾਂ ਕਰਨਾ ਹੈ ਰਾਸ਼ਟਰੀ ਆਮਦਨ ਦਾ ਮਾਪ। ਤਾਂ ਉਹ ਦੋਨੋਂ ਚੈਪਟਰ ਜਿਹੜੇ ਨੇ ਉਹ ਇਸ ਚੈਪਟਰ ਤੇ ਨਿਰਭਰ ਕਰਦੇ ਨੇ। ਜੇ ਇਹ ਕਲੀਅਰ ਹੋਏਗਾ ਤਾਂ ਅਗਲੇ ਕਲੀਅਰ ਹੋਣਗੇ। ਤਾਂ ਇਹਦਾ ਮਹੱਤਵ ਵੈਸੇ ਹੀ ਵੱਧ ਜਾਂਦਾ ਹੈ। ਦੇਖੋ ਇਹਦਾ ਮਹੱਤਵ ਆਪਾਂ ਨੂੰ ਕੋਈ ਰੱਟਾ ਮਾਰਨ ਦੀ ਲੋੜ ਨਹੀਂ ਹੈ, ਕ੍ਰੈਮ ਕਰਨ ਦੀ ਲੋੜ ਨਹੀਂ ਹੈ। ਜੋ ਆਪਾਂ ਪੜਿਆ ਉਹਦੇ ਵਿੱਚੋਂ ਹੀ ਇਹਦਾ ਮਹੱਤਵ ਜਿਹੜਾ ਉਹ ਆਪਾਂ ਕੱਢਣਾ ਹੈ। ਪਹਿਲਾ ਮਹੱਤਵ ਕੀ ਹੋਊਗਾ ਵੀ ਇਹਦੇ ਨਾਲ ਜੋ ਵੀ ਆਪਣੇ ਅਲੱਗ-ਅਲੱਗ ਖੇਤਰ ਨੇ ਤਾਂ ਕੀ ਹੋਊਗਾ, ਜਿਹੜੇ ਅਰਥ ਵਿਵਸਥਾ ਦੇ ਵੱਖ ਖੇਤਰ ਨੇ, ਖੇਤਰਾਂ ਦੀ ਜੋ ਆਪਸੀ ਨਿਰਭਰਤਾ ਹੈ ਤਾਂ ਆਪਾਂ ਨੂੰ ਉਸ ਆਪਸੀ ਨਿਰਭਰਤਾ ਦੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ। ਯਾਨੀ ਇਹ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਇਹ ਆਪਾਂ ਨੂੰ ਇਹ ਦੱਸੇਗਾ ਵੀ ਜਿਹੜੇ ਵੀ ਖੇਤਰ ਇੱਕ ਅਰਥ ਵਿਵਸਥਾ ਦੇ ਵਿੱਚ ਹੁੰਦੇ ਨੇ, ਮਤਲਬ ਜਿਹੜਾ ਪਰਿਵਾਰ ਖੇਤਰ ਹੈ, ਉਤਪਾਦਕ ਖੇਤਰ ਹੈ, ਪਰਿਵਾਰ ਆਪਣੇ ਵਿੱਤੀ ਖੇਤਰ ਹੈ, ਹੋਰ ਸੰਸਾਰ ਖੇਤਰ ਹੈ, ਸਰਕਾਰ ਖੇਤਰ ਹੈ, ਇਹ ਜਿਹੜੇ ਸਾਰੇ ਖੇਤਰ ਨੇ ਇਹ ਇੱਕ ਦੂਜੇ ਤੋਂ ਵੱਖਰੇ ਵੱਖਰੇ ਨਹੀਂ ਹੈਗੇ ਬਲਕਿ ਇੱਕ ਦੂਜੇ ਤੇ ਨਿਰਭਰ ਕਰਦੇ ਨੇ। ਜਿਹੜਾ ਪਰਿਵਾਰ ਖੇਤਰ ਹੈ ਉਹ ਉਤਪਾਦਕ ਖੇਤਰ ਤੇ ਨਿਰਭਰ ਕਰਦਾ ਹੈ, ਉਤਪਾਦਕ ਖੇਤਰ ਪਰਿਵਾਰ ਤੇ ਨਿਰਭਰ ਕਰਦਾ ਹੈ। ਜਿਹੜੇ ਪਰਿਵਾਰ ਤੇ ਉਤਪਾਦਕ ਨੇ ਉਹ ਸਰਕਾਰ ਤੇ ਨਿਰਭਰ ਕਰਦੇ ਨੇ, ਸਰਕਾਰ ਆਪਣੇ ਤੇ ਨਿਰਭਰ ਕਰਦੀ ਹੈ। ਜੇਕਰ ਆਪਾਂ ਦੂਜੇ ਦੇਸ਼ਾਂ ਨੂੰ ਜਿਹੜਾ ਨਿਰਯਾਤ ਕਰ ਰਹੇ ਹਾਂ ਇਹਦਾ ਮਤਲਬ ਦੂਜੇ ਦੇਸ਼ ਆਪਣੇ ਤੇ ਨਿਰਭਰ ਕਰਦੇ ਨੇ। ਜੇਕਰ ਆਪਾਂ ਦੂਜੇ ਦੇਸ਼ਾਂ ਤੋਂ ਆਯਾਤ ਕਰ ਰਹੇ ਹਾਂ ਇਹਦਾ ਮਤਲਬ ਆਪਾਂ ਦੂਜੇ ਦੇਸ਼ਾਂ ਤੇ ਨਿਰਭਰ ਕਰਦੇ ਹਾਂ। ਤਾਂ ਕੀ ਹੋਊਗਾ ਵੀ ਜਿਹੜੇ ਅਲੱਗ-ਅਲੱਗ ਖੇਤਰ ਨੇ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ ਇਹ ਖੇਤਰ ਨੇ ਇਹ ਵੱਖਰੇ ਵੱਖਰੇ ਨਹੀਂ ਹੈਗੇ, ਇਹ ਸਾਰੇ ਖੇਤਰ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਤਾਂ ਇੱਕ ਅਰਥ ਵਿਵਸਥਾ ਵਾਸਤੇ ਇਹਨਾਂ ਸਾਰੇ ਖੇਤਰਾਂ ਦੀ ਜਿਹੜੀ ਹੈ ਉਹ ਆਪਸੀ ਪ੍ਰੋਪਰ ਇੰਪੋਰਟੈਂਸ ਜਿਹੜੀ ਹੈ ਉਹ ਬਣ ਜਾਂਦੀ ਹੈ। ਦੂਸਰਾ ਜਿਹੜਾ ਆਪਾਂ ਨੂੰ ਇਸ ਤੋਂ ਪਤਾ ਲੱਗਦਾ ਹੈ ਉਹ ਪਤਾ ਲੱਗਦਾ ਹੈ ਆਪਾਂ ਜਿਹੜਾ ਹੁਣੇ ਟੌਪਿਕ ਕੀਤਾ ਉੱਥੇ ਸਮਾਵੇਸ਼ ਅਤੇ ਵਾਪਸੀ ਬਾਰੇ ਜਾਣਕਾਰੀ। ਯਾਨੀ ਇਹ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਇਹਦੇ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਵੀ ਕੀ ਇਹ ਜਿਹੜਾ ਚੱਕਰੀ ਪ੍ਰਵਾਹ ਹੈ ਪਹਿਲਾਂ ਨਾਲੋਂ ਵੱਡਾ ਹੋ ਰਿਹਾ ਹੈ ਜਾਂ ਛੋਟਾ ਹੋ ਰਿਹਾ ਹੈ। ਜੇ ਤਾਂ ਇਹ ਚੱਕਰੀ ਪ੍ਰਵਾਹ ਪਹਿਲਾਂ ਨਾਲੋਂ ਛੋਟਾ ਹੋ ਰਿਹਾ ਹੈ ਤਾਂ ਮੈਂ ਕਹਾਂਗਾ ਕੀ ਹੋ ਰਹੀਆਂ ਨੇ, ਵਾਪਸੀਆਂ ਹੋ ਰਹੀਆਂ ਨੇ। ਮੈਂ ਪਹਿਲਾਂ ਵੀ ਕਹਿ ਗਈ ਹੈ ਵੀ ਤੁਸੀਂ ਵਾਪਸੀ ਨਹੀਂ ਲਿਖਣਾ ਤਾਂ ਤੁਸੀਂ ਰਿਸਾਵ ਲਿਖ ਸਕਦੇ ਹੋ। ਤਾਂ ਇਹਦੇ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਵੀ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਜੇ ਤਾਂ ਉਹ ਪਹਿਲਾਂ ਨਾਲੋਂ ਛੋਟਾ ਹੋ ਰਿਹਾ ਹੈ ਇਹਦਾ ਮਤਲਬ ਵੀ ਉਹਦੇ ਚ ਕੀ ਹੋ ਰਹੇ ਨੇ, ਰਿਸਾਵ ਹੋ ਰਹੇ ਨੇ ਜਾਂ ਵਾਪਸੀਆਂ ਹੋ ਰਹੀਆਂ ਨੇ। ਤੇ ਜੇ ਉਹ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਪਹਿਲਾਂ ਨਾਲੋਂ ਵੱਡਾ ਹੋ ਰਿਹਾ ਹੈ ਤਾਂ ਉਹਦੇ ਚ ਕੀ ਹੋ ਰਿਹਾ ਹੈ, ਸਮਾਵੇਸ਼ ਹੋ ਰਿਹਾ ਹੈ। ਤਾਂ ਸਮਾਵੇਸ਼ ਕਿੰਨੇ ਹੋ ਰਹੇ ਨੇ, ਵਾਪਸੀਆਂ ਕਿੰਨੀਆਂ ਹੋ ਰਹੀਆਂ ਨੇ,
ਉਹਦੇ ਤੋਂ ਆਪਾਂ ਨੂੰ ਜਿਹੜਾ ਹੈ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੈ ਉਹਦੇ ਸਾਈਜ਼ ਦਾ ਪਤਾ ਲੱਗ ਜੂਗਾ ਵੀ ਦੇਖੋ ਕੀ ਹੁੰਦਾ ਹੈ ਇੱਕ ਅਰਥ ਵਿਵਸਥਾ ਦੇ ਵਿੱਚ ਨਾਲ ਦੇ ਨਾਲ ਸਮਾਵੇਸ਼ ਵੀ ਹੋ ਰਹੇ ਹੁੰਦੇ ਨੇ ਤੇ ਨਾਲ ਦੇ ਨਾਲ ਵਾਪਸੀਆਂ ਵੀ ਹੋ ਰਹੀਆਂ ਹੁੰਦੀਆਂ ਨੇ, ਦੋਨੋਂ ਨਾਲ ਨਾਲ ਚੱਲਦੇ ਆ। ਪਰ ਜੇ ਤਾਂ ਇਹ ਜਿਹੜਾ ਚੱਕਰੀ ਪ੍ਰਵਾਹ ਹੈ ਇਹ ਪਹਿਲਾਂ ਨਾਲੋਂ ਛੋਟਾ ਹੋ ਰਿਹਾ ਤਾਂ ਮੈਂ ਕਹੂੰਗਾ ਜਿਹੜੀਆਂ ਵਾਪਸੀਆਂ ਨੇ ਉਹ ਸਮਾਵੇਸ਼ ਨਾਲੋਂ ਜ਼ਿਆਦਾ ਨੇ। ਜੇ ਆਮਦਨ ਦਾ ਚੱਕਰੀ ਪ੍ਰਵਾਹ ਵੱਡਾ ਹੋ ਰਿਹਾ ਹੈ ਤਾਂ ਮੈਂ ਕਹਾਂਗਾ ਜਿਹੜਾ ਸਮਾਵੇਸ਼ ਹੈ ਉਹ ਵਾਪਸੀਆਂ ਨਾਲੋਂ ਜ਼ਿਆਦਾ ਹੈ। ਤਾਂ ਆਪਾਂ ਨੂੰ ਇੱਥੋਂ ਸਮਾਵੇਸ਼ ਤੇ ਵਾਪਸੀ ਜਿਹੜੇ ਨੇ ਉਹਨਾਂ ਬਾਰੇ ਵੀ ਪਤਾ ਲੱਗਦਾ ਹੈ। ਤੀਸਰਾ ਮਹੱਤਵ ਜਿਹੜਾ ਇਹਦਾ ਇਹ ਹੈ ਵੀ ਆਪਾਂ ਕੀ ਕਰ ਸਕਦੇ ਹਾਂ, ਜੋ ਮੈਂ ਸ਼ੁਰੂ ਚ ਬੋਲਿਆ ਸੀ ਵੀ ਇਹਦੇ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਰਾਹੀਂ ਆਪਾਂ ਕੀ ਕਰ ਸਕਦੇ ਹਾਂ, ਰਾਸ਼ਟਰੀ ਆਮਦਨ ਦਾ ਮਾਪ ਜਿਹੜਾ ਉਹ ਕਰ ਸਕਦੇ ਆ। ਜਦੋਂ ਆਪਾਂ ਰਾਸ਼ਟਰੀ ਆਮਦਨ ਦਾ ਮਾਪ ਕਰਾਂਗੇ ਉਹਦੇ ਚ ਆਪਾਂ ਐਸੇ ਉਤਪਾਦਨ ਤੇ ਆਮਦਨ ਦੇ ਚੱਕਰੀ ਪ੍ਰਵਾਹ ਦੀ ਮਦਦ ਲਾਂਗੇ। ਪਰ ਹੁਣ ਕੀ ਹੋਊਗਾ, ਜਦੋਂ ਆਪਾਂ ਰਾਸ਼ਟਰੀ ਆਮਦਨ ਮਾਪਾਂਗੇ ਉਹਦੇ ਚ ਆਪਾਂ ਕਹਾਂਗੇ ਵੀ ਜਿਹੜੀ ਰਾਸ਼ਟਰੀ ਆਮਦਨ ਹੈ ਉਹ ਸਿਰਫ ਸਾਧਨ ਆਮਦਨ ਦਾ ਜੋੜ ਹੈ, ਯਾਨੀ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਸੀ ਉਹਦੇ ਚ ਆਪਾਂ ਕੀ ਕੀਤੇ, ਸਾਧਨ ਆਮਦਨ ਵੀ ਲਈ, ਨਾਲ ਦੇ ਨਾਲ ਆਪਾਂ ਹਸਤਾਂਤਰਣ ਆਮਦਨ ਵੀ ਲਈ ਵੀ ਜਿਹੜੀ ਸਰਕਾਰ ਵਜ਼ੀਫੇ ਦੇ ਰਹੀ ਹੈ ਜਾਂ ਬੁਢਾਪਾ ਪੈਨਸ਼ਨ ਦੇ ਰਹੀ ਹੈ ਜਾਂ ਬੇਰੁਜ਼ਗਾਰੀ ਭੱਤੇ ਦੇ ਰਹੀ ਹੈ ਨਾ, ਜਾਂ ਸਰਕਾਰ ਜਿਹੜੀ ਸਬਸਿਡੀ ਦੇ ਰਹੀ ਹੈ, ਇਹ ਕਿਨੇ ਹਸਤਾਂਤਰਣ ਨੇ। ਪਰ ਜਦੋਂ ਆਪਾਂ ਰਾਸ਼ਟਰੀ ਆਮਦਨ ਮਾਪਾਂਗੇ ਉਹਦੇ ਚ ਆਪਾਂ ਸਿਰਫ ਤੇ ਸਿਰਫ ਜਿਹੜੀ ਹੈ ਉਹ ਸਾਧਨ ਆਮਦਨ ਲਵਾਂਗੇ, ਕਿਸੇ ਵੀ ਤਰ੍ਹਾਂ ਦੀ ਹਸਤਾਂਤਰਣ ਆਮਦਨ ਜਿਹੜੀ ਹੈ ਉਹ ਸ਼ਾਮਿਲ ਨਹੀਂ ਕਰਾਂਗੇ ਕਿਉਂਕਿ ਰਾਸ਼ਟਰੀ ਆਮਦਨ ਦੇ ਵਿੱਚ ਹਸਤਾਂਤਰਣ ਆਮਦਨ ਨਹੀਂ ਹੁੰਦੀ। ਦੂਸਰੀ ਗੱਲ ਵੀ ਜਿਹੜੀ ਰਾਸ਼ਟਰੀ ਆਮਦਨ ਹੈ ਆਪਾਂ ਉਹਨੂੰ ਮਾਪਣ ਦੀਆਂ ਤਿੰਨ ਵਿਧੀਆਂ ਕਰਾਂਗੇ। ਇੱਕ ਹੋਏਗੀ ਉਤਪਾਦਨ ਵਿਧੀ, ਇੱਕ ਹੋਏਗੀ ਆਮਦਨ ਵਿਧੀ, ਇੱਕ ਹੋਏਗੀ ਖਰਚ ਵਿਧੀ। ਇਹ ਤਿੰਨ ਵਿਧੀਆਂ ਕਿਉਂ ਨੇ? ਉਹ ਇਸ ਕਰਕੇ ਨੇ ਕਿਉਂਕਿ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੇ ਤਿੰਨ ਚਰਨ ਹੁੰਦੇ ਨੇ। ਸਭ ਤੋਂ ਪਹਿਲਾਂ ਕੀ ਹੁੰਦਾ ਹੈ ਵੀ ਜਿਹੜਾ ਉਤਪਾਦਕ ਖੇਤਰ ਹੈ ਉਹ ਪਰਿਵਾਰ ਖੇਤਰ ਤੋਂ ਸਾਧਨ ਸੇਵਾਵਾਂ ਲੈ ਕੇ ਉਤਪਾਦਨ ਕਰਦਾ ਹੈ, ਤਾਂ ਉਤਪਾਦਨ ਦਾ ਪੱਧਰ ਹੋ ਗਿਆ। ਉਹਦੇ ਬਦਲੇ ਉਹ ਕੀ ਕਰਦਾ ਹੈ, ਪਰਿਵਾਰ ਖੇਤਰ ਨੂੰ ਸਾਧਨ ਆਮਦਨ ਦਿੰਦਾ ਹੈ, ਤਾਂ ਆਮਦਨ ਦਾ ਪੱਧਰ ਹੋ ਗਿਆ। ਫਿਰ ਪਰਿਵਾਰ ਖੇਤਰ ਕੀ ਕਰਦਾ ਹੈ, ਉਤਪਾਦਕ ਖੇਤਰ ਕੋਲੋਂ ਵਸਤੂਆਂ ਤੇ ਸੇਵਾਵਾਂ ਲੈ ਲੈਂਦਾ ਹੈ, ਉਹਨਾਂ ਦਾ ਉਪਭੋਗ ਕਰਦਾ ਹੈ ਤੇ ਉਪਭੋਗ ਖਰਚ ਜਿਹੜਾ ਹੈ ਉਹ ਉਤਪਾਦਕ ਖੇਤਰ ਨੂੰ ਦੇ ਦਿੰਦਾ ਹੈ, ਤਾਂ ਖਰਚ ਦਾ ਪੱਧਰ ਹੋ ਗਿਆ। ਤਾਂ ਕਿਉਂਕਿ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹਦੇ ਤਿੰਨ ਪੱਧਰ ਹੁੰਦੇ ਨੇ, ਉਤਪਾਦਨ ਦਾ ਪੱਧਰ, ਆਮਦਨ ਦਾ ਪੱਧਰ ਤੇ ਖਰਚ ਦਾ ਪੱਧਰ। ਇਸ ਕਰਕੇ ਜਿਹੜੀ ਰਾਸ਼ਟਰੀ ਆਮਦਨ ਹੈ ਉਹਨੂੰ ਵੀ ਆਪਾਂ ਤਿੰਨ ਪੱਧਰਾਂ ਤੇ ਜਾਂ ਤਿੰਨ ਵਿਧੀਆਂ ਰਾਹੀਂ ਮਾਪਦੇ ਹਾਂ, ਆਮਦਨ ਵਿਧੀ, ਉਤਪਾਦਨ ਵਿਧੀ ਤੇ ਖਰਚ ਵਿਧੀ। ਉਹਦੇ ਬਾਰੇ ਪਤਾ ਲੱਗਦਾ ਹੈ। ਫਿਰ ਆਪਾਂ ਕੀ ਕਰ ਸਕਦੇ ਹਾਂ, ਆਪਾਂ ਇਸ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਉਹਦੇ ਤੋਂ ਆਪਾਂ ਜਿਹੜੀਆਂ ਵੀ ਆਪਣੀਆਂ ਆਰਥਿਕ ਕਿਰਿਆਵਾਂ ਨੇ ਉਹਦਾ ਪੱਧਰ ਜਿਹੜਾ ਹੈ ਉਹ ਪਤਾ ਕਰ ਸਕਦੇ ਹਾਂ। ਆਰਥਿਕ ਕਿਰਿਆਵਾਂ ਦੇ ਪੱਧਰ ਦਾ ਮਤਲਬ ਕੀ ਹੈ ਵੀ ਜਿਹੜੀਆਂ ਵੀ ਆਪਣੀਆਂ ਆਰਥਿਕ ਕਿਰਿਆਵਾਂ ਨੇ, ਆਰਥਿਕ ਕਿਰਿਆਵਾਂ ਮਤਲਬ ਪੰਜ ਹੁੰਦੀਆਂ ਨੇ, ਉਤਪਾਦਨ ਕਿੰਨਾ ਹੋ ਰਿਹਾ ਹੈ, ਨਿਵੇਸ਼ ਕਿੰਨਾ ਹੋ ਰਿਹਾ ਹੈ, ਉਪਭੋਗ ਕਿੰਨਾ ਹੋ ਰਿਹਾ ਹੈ, ਵਟਾਂਦਰਾ ਕਿੰਨਾ ਹੋ ਰਿਹਾ ਹੈ ਤੇ ਵਿੱਤ ਯਾਨੀ ਕਿ ਪੈਸਾ ਕਿੰਨਾ ਆ ਰਿਹਾ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿੰਨਾ, ਠੀਕ ਹੈ, ਤਾਂ ਕਿੰਨੇ ਤੋਂ ਮਤਲਬ ਕੀ ਹੁੰਦਾ ਹੈ, ਅਮਾਉਂਟ, ਮਾਤਰਾ ਤੋਂ, ਠੀਕ ਹੈ। ਤਾਂ ਉਸ ਮਾਤਰਾ ਬਾਰੇ ਜਾਣਕਾਰੀ ਜਿਹੜੀ ਹੈ ਉਹ ਆਪਾਂ ਨੂੰ ਇਸ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਤੋਂ ਜਿਹੜੀ ਹੈ ਉਹ ਲੱਗੂਗੀ। ਜੇ ਉਤਪਾਦਨ ਜ਼ਿਆਦਾ ਹੋ ਰਿਹਾ ਹੈ, ਠੀਕ ਹੈ, ਨਿਵੇਸ਼ ਜ਼ਿਆਦਾ ਹੋ ਰਿਹਾ ਹੈ, ਉਪਭੋਗ ਜ਼ਿਆਦਾ ਹੋ ਰਿਹਾ ਹੈ, ਵਟਾਂਦਰਾ ਜ਼ਿਆਦਾ ਹੋ ਰਿਹਾ ਹੈ, ਵਿੱਤ ਜ਼ਿਆਦਾ ਆ ਰਿਹਾ ਹੈ, ਤਾਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਵੱਡਾ ਹੋਏਗਾ। ਜੇ ਉਤਪਾਦਨ, ਉਪਭੋਗ, ਨਿਵੇਸ਼, ਵਟਾਂਦਰਾ, ਵਿੱਤ ਜਿਹੜੇ ਨੇ ਇਹ ਘੱਟ ਹੋ ਰਹੇ ਨੇ ਤਾਂ ਕੀ ਹੋਊਗਾ, ਜਿਹੜਾ ਆਰਥਿਕ ਕਿਰਿਆਵਾਂ ਦਾ ਪੱਧਰ ਹੈ ਉਹ ਘੱਟ ਹੋਊਗਾ। ਹੁਣ ਇੱਕ ਤਾਂ ਆਪਾਂ ਨੂੰ ਇਹਦੇ ਤੋਂ ਆਰਥਿਕ ਕਿਰਿਆਵਾਂ ਦਾ ਪੱਧਰ ਪਤਾ ਲੱਗਦਾ ਹੈ, ਦੂਸਰਾ ਆਰਥਿਕ ਕਿਰਿਆਵਾਂ ਦਾ ਸੁਭਾਅ ਜਿਹੜਾ ਹੈ ਉਹ ਵੀ ਆਪਾਂ ਪਤਾ ਕਰ ਸਕਦੇ ਹਾਂ। ਯਾਨੀ ਇੱਕ ਆਪਾਂ ਪਤਾ ਕਰ ਸਕਦੇ ਹਾਂ ਆਰਥਿਕ ਕਿਰਿਆਵਾਂ ਦਾ ਪੱਧਰ, ਇੱਕ ਪਤਾ ਕਰ ਸਕਦੇ ਹਾਂ ਆਰਥਿਕ ਕਿਰਿਆਵਾਂ ਦਾ ਸੁਭਾਅ। ਦੋਨਾਂ 'ਚ ਕੀ ਫਰਕ ਹੈ? ਜਦੋਂ ਤਾਂ ਮੈਂ ਇਹ ਪਤਾ ਕਰਾਂਗਾ ਵੀ ਉਤਪਾਦਨ ਜਿਹੜਾ ਹੈ ਉਹ ਕਿੰਨਾ ਹੋ ਰਿਹਾ ਹੈ ਤਾਂ ਉਹ ਹੈ ਪੱਧਰ। ਜਦੋਂ ਮੈਂ ਇਹ ਪਤਾ ਕਰਾਂਗਾ ਵੀ ਉਤਪਾਦਨ ਕਿਹੜੀਆਂ ਚੀਜ਼ਾਂ ਦਾ ਹੋ ਰਿਹਾ ਹੈ ਤਾਂ ਉਹ ਹੈ ਸੁਭਾਅ। ਜਦੋਂ ਮੈਂ ਇਹ ਪਤਾ ਕਰਾਂਗਾ ਕਿ ਉਪਭੋਗ ਕਿੰਨਾ ਹੋ ਰਿਹਾ ਹੈ ਉਹ ਪੱਧਰ ਹੈ,
ਜਦੋਂ ਮੈਂ ਇਹ ਪਤਾ ਕਰਾਂਗਾ ਕਿ ਉਪਭੋਗ ਕਿਹੜੀਆਂ ਚੀਜ਼ਾਂ ਦਾ ਹੋ ਰਿਹਾ ਹੈ, ਉਹ ਸੁਭਾ ਹੈ। ਜਦੋਂ ਮੈਂ ਇਹ ਪਤਾ ਕਰਾਂਗਾ ਕਿ ਪੈਸਾ ਕਿੰਨਾ ਆ ਰਿਹਾ ਹੈ, ਤਾਂ ਉਹ ਹੈ ਪੱਧਰ। ਜਦੋਂ ਮੈਂ ਇਹ ਪਤਾ ਕਰਾਂਗਾ ਕਿ ਪੈਸਾ ਕਿੱਥੋਂ ਕਿੱਥੋਂ ਆ ਰਿਹਾ ਹੈ, मतलब बैंक तो कितना आ रहा है, ठीक है, ਜਿਹੜੀਆਂ बीमा कंपनियां उतों कितना आ रहा है, ਜਿਹੜੀਆਂ ਹੋਰ ਵਿੱਤੀ ਸੰਸਥਾਵਾਂ ਨੇ ਉਤੋਂ ਕਿੰਨਾ ਆ ਰਿਹਾ ਹੈ, ਜਿਹੜੀਆਂ ਗੈਰ ਵਿੱਤੀ ਸੰਸਥਾਵਾਂ ਨੇ ਉਤੋਂ ਕਿੰਨਾ ਆ ਰਿਹਾ ਹੈ, ਤਾਂ ਇਹ ਕੀ ਹੈ, ਇਹ ਸੁਭਾ ਹੈ। ਜਦੋਂ ਮੈਂ ਇਹ ਪਤਾ ਕਰਾਂਗਾ ਵੀ ਨਿਵੇਸ਼ ਕਿੰਨਾ ਹੋ ਰਿਹਾ ਹੈ, ਤਾਂ ਉਹ ਪੱਧਰ ਹੈ। ਜਦੋਂ ਮੈਂ ਪਤਾ ਕਰਾਂਗਾ ਕਿ ਨਿਵੇਸ਼ ਕਿੱਥੇ ਕਿੱਥੇ ਹੋ ਰਿਹਾ ਹੈ, मतलब ਕਿਹੜੇ ਕਿਹੜੇ ਕੰਮ 'ਚ ਪੈਸਾ ਲਗਾਇਆ ਜਾ ਰਿਹਾ ਹੈ, ਤਾਂ ਜਦੋਂ ਮੈਂ ਪਤਾ ਲਗਾਵਾਂਗਾ ਕਿ ਕਿਹੜੇ ਕਿਹੜੇ ਕੰਮ 'ਚ ਪੈਸਾ ਲਗਾਇਆ ਜਾ ਰਿਹਾ ਹੈ, ਉਹ ਸੁਭਾ ਹੈ। ਜਦੋਂ ਮੈਂ ਪਤਾ ਕਰਾਂਗਾ ਕਿਹੜੇ ਕਿਹੜੇ ਕੰਮ 'ਚ ਕਿੰਨਾ ਕਿੰਨਾ ਪੈਸਾ ਲਗਾਇਆ ਜਾ ਰਿਹਾ ਹੈ, ਉਹ ਪੱਧਰ ਹੈ। ਯਾਨੀ ਆਪਾਂ ਪੱਧਰ ਵੀ ਪਤਾ ਕਰ ਸਕਦੇ ਹਾਂ ਤੇ ਆਪਾਂ ਸੁਭਾ ਵੀ ਪਤਾ ਕਰ ਸਕਦੇ ਹਾਂ। ਫਿਰ ਆਪਾਂ ਨੂੰ ਜਿਹੜੀ ਅਰਥ ਵਿਵਸਥਾ ਹੈ, ਜਿਹੜੀ ਅਰਥ ਵਿਵਸਥਾ ਹੈ, ਉਹਦੀ ਕਾਰਜ ਪ੍ਰਣਾਲੀ, ਉਹਦੇ ਬਾਰੇ ਵੀ ਆਪਾਂ ਨੂੰ ਜਿਹੜੀ ਹੈ ਜਾਣਕਾਰੀ ਮਿਲਦੀ ਹੈ। अर्थ व्यवस्था दी कारज प्रणाली का मतलब की है भी कारज हुंदा है काम, प्रणाली हुंदा है प्रबंध, सिस्टम। यानी अर्थ व्यवस्था का काम केड़े प्रबंध राही चलाया जा रहा है, मतलब जिहड़ी अर्थ व्यवस्था है उनका प्रबंध, उनका सिस्टम कौन चला रहा है। ਜਦੋਂ ਤਾਂ ਆਪਾਂ ਸਮਾਜਵਾਦੀ ਅਰਥ ਵਿਵਸਥਾ ਦੀ ਗੱਲ ਕਰਦੇ ਆ, ਤਾਂ ਜਿਹੜਾ ਸਾਰਾ ਪ੍ਰਬੰਧ ਹੈ ਉਹ ਕਿਹਦੇ ਹੱਥ 'ਚ ਹੁੰਦਾ ਹੈ, ਉਹ ਹੁੰਦਾ ਹੈ ਸਰਕਾਰ ਦੇ ਹੱਥ 'ਚ। ਤਾਂ ਕਾਰਜ ਪ੍ਰਣਾਲੀ ਕੌਣ ਚਲਾਊਗਾ, ਸਰਕਾਰ। ਜੇ ਆਪਾਂ ਪੂੰਜੀਵਾਦੀ ਅਰਥ ਵਿਵਸਥਾ ਦੀ ਗੱਲ ਕਰੀਏ, ਉਹਦੇ 'ਚ ਪ੍ਰਬੰਧ ਕਿਹਦੇ ਹੱਥ 'ਚ ਹੁੰਦਾ ਹੈ, ਪ੍ਰਾਈਵੇਟ ਲੋਕਾਂ ਦੇ। ਤਾਂ ਪ੍ਰਬੰਧ ਕੌਣ ਚਲਾਊਗਾ, ਪ੍ਰਾਈਵੇਟ ਲੋਕ। ਜਦੋਂ ਆਪਾਂ ਮਿਸ਼ਰਿਤ ਅਰਥ ਵਿਵਸਥਾ ਦੀ ਗੱਲ ਕਰਦੇ ਆ, ਉਹਦੇ 'ਚ ਪ੍ਰਬੰਧ ਕਿਹਦੇ ਹੱਥ 'ਚ ਹੁੰਦਾ ਹੈ, ਸਰਕਾਰ ਤੇ ਪ੍ਰਾਈਵੇਟ ਦੋਨਾਂ ਲੋਕਾਂ ਦੇ ਹੱਥ 'ਚ। ਹੁਣ ਪ੍ਰਬੰਧ ਕੌਣ ਚਲਾਊਗਾ, ਦੋਨੋਂ। यानी ਜਦੋਂ ਉਤਪਾਦਨ, ਉਪਭੋਗ, ਨਿਵੇਸ਼, ਵਟਾਂਦਰਾ, ਵਿੱਤ ਜਿਹੜੀਆਂ ਆਰਥਿਕ ਕਿਰਿਆਵਾਂ ਨੇ, ਜਦੋਂ ਸਮਾਜਵਾਦੀ ਅਰਥ ਵਿਵਸਥਾ ਹੋਏਗੀ, ਉਹਦੇ 'ਚ ਕੀ ਹੁੰਦਾ ਹੈ, ਸਿਰਫ ਸਰਕਾਰ ਹੁੰਦੀ ਹੈ। ਤਾਂ ਜਿੰਨੀਆਂ ਵੀ ਆਰਥਿਕ ਕਿਰਿਆਵਾਂ ਨੇ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਕਿਹਦੇ ਹੱਥ 'ਚ ਹੋਊਗਾ, ਸਰਕਾਰ 'ਚ। ਜਦੋਂ ਪੂੰਜੀਵਾਦੀ ਅਰਥ ਵਿਵਸਥਾ ਆ ਜਾਂਦੀ ਹੈ, ਉਹਦੇ 'ਚ ਪ੍ਰਾਈਵੇਟ ਸੈਕਟਰ ਹੁੰਦਾ ਹੈ। ਸਰਕਾਰ ਆਰਥਿਕ ਕਿਰਿਆਵਾਂ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੀ, मतलब ਉਤਪਾਦਨ, ਉਪਭੋਗ, ਨਿਵੇਸ਼, ਵਟਾਂਦਰਾ, ਵਿੱਤ ਦਾ ਜਿਹੜਾ ਪ੍ਰਬੰਧ ਹੈ ਉਹ ਕਿਹਦੇ ਹੱਥ 'ਚ ਹੋਊਗਾ, ਨਿੱਜੀ ਖੇਤਰ ਦੇ ਹੱਥ 'ਚ। ਜਦੋਂ ਮਿਸ਼ਰਿਤ ਹੈ ਤਾਂ ਦੋਨਾਂ ਦੇ ਹੱਥ 'ਚ ਹੋਊਗਾ। ਤਾਂ ਆਪਾਂ ਨੂੰ ਇਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਵੀ ਅਰਥ ਵਿਵਸਥਾ ਦੀ ਕਾਰਜ ਪ੍ਰਣਾਲੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ। ਤਾਂ ਇਹ ਜਿਹੜਾ ਹੈ ਇਹ ਹੋ ਜਾਂਦੀ ਹੈ ਇਸ ਦੀ ਮਹੱਤਤਾ, ਜਿਹੜੀ ਕਿ ਆਪਣੀ ਅਰਥ ਵਿਵਸਥਾ ਵਾਸਤੇ ਬਹੁਤ ਜ਼ਿਆਦਾ ਹੈ। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। ਕੋਈ ਡਾਊਟ ਹੋਵੇ ਤਾਂ ਜ਼ਰੂਰ ਕਲੀਅਰ ਕਰਿਆ ਜੇ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਵੈਰੀ ਮਚ।